ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਕੇ ਔਰ ਦੇਸ਼ ਵਿਦੇਸ਼ ਸਿੱਖ ਚੈਨਲ ਵੇਖ ਰਹੀਆਂ ਸਾਰੀਆਂ ਸੰਗਤਾਂ ਦਾ ਅਸੀਂ ਤੁਹਾਡਾ ਇਸ ਸ਼ੋਅ ਦੇ ਵਿੱਚ ਬਹੁਤ ਹੀ ਨਿੱਘਾ ਸਵਾਗਤ ਕਰਦੇ ਹਾਂ ਜੀ। ਜਿਵੇਂ ਗੱਲਬਾਤ ਕਰੀਏ ਆਪਾਂ ਇਸ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਖਬਰਾਂ ਦੀ ਸਾਂਝ ਜ਼ਰੂਰ ਪਾਉਂਦੇ ਹਾਂ ਜੀ। ਦੇਸ਼ ਦੁਨੀਆ ਦੀਆਂ ਖਬਰਾਂ ਕੀ ਨੇ, ਪਰ ਅੱਜ ਅਸੀਂ ਇਹ ਖਬਰਾਂ ਦੀ ਸਾਂਝ ਜਿਹੜੀ ਹੈ ਸਾਡੇ ਨਾਲ ਸਾਡੇ ਬਹੁਤ ਹੀ ਪਿਆਰੇ ਜਰਨਲਿਸਟ ਜਿਹੜੇ ਨੇ, ਸੀਨੀਅਰ ਜਰਨਲਿਸਟ, ਉਹ ਸਾਡੇ ਨਾਲ ਪਾਕਿਸਤਾਨ ਦੀ ਧਰਤੀ ਤੋਂ ਜੁੜੇ ਹੋਏ ਨੇ। ਆਓ ਉਹਨਾਂ ਨੂੰ ਪਹਿਲਾਂ ਮੈਂ ਜੀ ਆਇਆਂ ਆਖਦਾ। ਤਾਰਕ ਸਾਹਿਬ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਜੀ। ਜੀ ਸ਼ੁਕਰੀਆ ਸ਼ੁਕਰੀਆ। ਤੁਹਾਨੂੰ ਇਸ ਵੇਲੇ ਦੇਸ਼ ਦੁਨੀਆ ਦੇ ਵਿੱਚ ਲਾਈਵ ਵੇਖਿਆ ਜਾ ਰਿਹਾ ਜੀ। ਜੇ ਆਪਾਂ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਜੀ, ਇੱਕ ਮਹਿੰਗਾਈ ਤੇ ਆਪਾਂ ਥੋੜੀ ਜਿਹੀ ਗੱਲਬਾਤ ਕਰ ਲਈਏ, ਕਿਉਂਕਿ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਮਹਿੰਗਾਈ ਇਸ ਵੇਲੇ ਹੋ ਚੁੱਕੀ ਹੈ ਜੀ। ਹਾਲਾਤ ਕੀ ਨੇ ਪਾਕਿਸਤਾਨ ਦੇ? ਤਾਰਕ ਸਾਹਿਬ ਜੀ, ਕੀ ਤੁਸੀਂ ਸਾਡੇ ਪਿਆਰੇ ਦਰਸ਼ਕਾਂ ਨੂੰ ਕਹਿਣਾ ਚਾਹੋਗੇ? ਜੀ ਬਹੁਤ ਸ਼ੁਕਰੀਆ ਸਰਦਾਰ ਜੀ ਤੁਹਾਡਾ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਵੇ, ਔਰ ਇਹ ਮਹਿੰਗਾਈ ਜਿਹੜੀ ਹੈ ਇਹਦੇ ਉੱਤੇ ਬੋਲਣ ਦਾ ਮੌਕਾ ਦਿੱਤਾ। ਮੈਂ ਸ਼ੁਕਰੀਆ ਅਦਾ ਕਰਦਾ ਤੁਹਾਡਾ। ਤੇ ਸਭ ਤੋਂ ਪਹਿਲੇ ਮੈਂ ਇਹ ਕਹਿਣਾ ਚਾਹਾਂਗਾ ਕਿ ਪਾਕਿਸਤਾਨ ਦੇ ਵਿੱਚ ਮਹਿੰਗਾਈ ਨਹੀਂ, ਜਿਸ ਤਰ੍ਹਾਂ ਦੂਸਰੇ ਮੁਲਕਾਂ ਦੇ ਵਿੱਚ ਮਹਿੰਗਾਈ ਹੈ ਇਸ ਤਰ੍ਹਾਂ ਹੀ ਪਾਕਿਸਤਾਨ 'ਚ ਮਹਿੰਗਾਈ ਹੈ। ਔਰ ਮਹਿੰਗਾਈ ਦੀ ਸਭ ਤੋਂ ਵੱਡੀ ਵਜ੍ਹਾ ਇਹ ਵੇ ਪਾਕਿਸਤਾਨ ਦੇ ਵਿੱਚ ਕਿ ਡਾਲਰ ਦੀ ਕੀਮਤ ਦਿਨ ਪਰ ਦਿਨ ਵੱਧ ਰਹੀ ਹੈ, ਔਰ ਡਾਲਰ ਜਿਹੜਾ ਵੇ ਰੁਪਏ ਦੀ ਕੀਮਤ ਘਟ ਰਹੀ ਹੈ, ਜਿਹਦੀ ਵਜ੍ਹਾ ਤੋਂ ਪਾਕਿਸਤਾਨ ਦੇ ਵਿੱਚ ਮਹਿੰਗਾਈ ਹੋ ਰਹੀ ਹੈ। ਤੇ ਸਾਡੀ ਹਕੂਮਤ ਪਾਕਿਸਤਾਨ ਜਿਹੜੀ ਹੈ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਡਾਲਰ ਨੂੰ ਕੰਟਰੋਲ ਕੀਤਾ ਜਾਵੇ ਤਾਂ ਕਿ ਪਾਕਿਸਤਾਨ ਦੇ ਸ਼ਹਿਰੀਆਂ ਨੂੰ ਮਹਿੰਗਾਈ ਤੋਂ ਬਚਾਇਆ ਜਾ ਸਕੇ। ਜੇ ਗੱਲ ਕਰਦੇ ਹਾਂ ਇਸ ਵੇਲੇ ਡੀਜ਼ਲ ਤੇ ਪੈਟਰੋਲ ਦੀਆਂ ਔਰ ਗੈਸ ਦੀਆਂ ਜਿਹੜੀਆਂ ਪ੍ਰਾਈਸਾਂ, ਕੀਮਤਾਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ। ਇੱਕ ਆਮ ਆਦਮੀ ਨੂੰ ਅਫੋਰਡ ਕਰਨੀਆਂ ਬੜੀਆਂ ਔਖੀਆਂ ਨੇ, ਕਿਉਂਕਿ ਅਗਰ ਕੋਈ ਬੰਦਾ ਕੋਈ ਜੌਬ ਵੀ ਉਹਦੇ ਕੋਲ ਨਹੀਂ ਤੇ ਕਿਸ ਤਰ੍ਹਾਂ ਅਫੋਰਡ ਕਰੇਗਾ? ਕੀ ਕਹਿਣਾ ਚਾਹੋਗੇ ਇਸ ਬਾਰੇ ਜੀ? ਜੀ ਪੈਟਰੋਲ ਵੀ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਕੀਮਤ ਉਹਦੀ ਵੱਧ ਗਈ ਹੈ, ਤੇ ਪੈਟਰੋਲ ਦੀ ਕੀਮਤ ਸਾਡਾ IMF ਦੀ ਜਿਹੜੀਆਂ ਵੇ ਪਾਕਿਸਤਾਨ ਨੇ ਰੱਖੀਆਂ ਵੇ, ਉਹਦੀ ਵਜ੍ਹਾ ਜਿਹਦੀ ਵਜ੍ਹਾ ਤੋਂ ਕੀਮਤਾਂ ਵਧੀਆਂ ਤੇ ਕੋਸ਼ਿਸ਼ ਕਰ ਰਹੇ ਕਿ ਵੀ ਪੈਟਰੋਲ ਨੂੰ ਜਿਹੜਾ ਥੱਲੇ ਆਇਆ ਤਾਂ ਕਿ ਆਪਣਾ ਕੀਮਤਾਂ ਘਟ ਜਾਣ ਤੇ ਔਰ ਆਵਾਮ ਨੂੰ ਬੈਨੀਫਿਟ ਦਿੱਤਾ। ਜੀ ਤਾਰਕ ਸਾਹਿਬ ਜੀ, ਮੈਨੂੰ ਲੱਗਦਾ ਕਿ ਰਿਸੈਪਸ਼ਨ ਬੜੀ ਵੀਕ ਆ, ਇੰਟਰਨੈਟ ਤੁਹਾਡੀ ਵੀਕ ਆ। ਇੱਕ ਗੱਲ ਤੁਹਾਨੂੰ ਹੋਰ ਮੈਂ ਪੁੱਛਣੀ ਆ, ਉਸ ਤੋਂ ਬਾਅਦ ਫਿਰ ਅਗਲੀਆਂ ਖਬਰਾਂ ਦਾ ਆਪਾਂ ਰੁਖ ਕਰਾਂਗੇ ਜੀ। ਤਾਰਕ ਸਾਹਿਬ ਜੀ, ਕੀ ਕਹਿਣਾ ਚਾਹੋਗੇ? ਜਿਵੇਂ ਗੁਰਧਾਮਾਂ ਦੇ ਦਰਸ਼ਨ ਜਿਹੜੇ ਕਰਤਾਰਪੁਰ ਸਾਹਿਬ ਜੀ ਦੇ ਦੋਵਾਂ ਸਰਕਾਰਾਂ ਦੇ ਵੱਲੋਂ ਮਿਲ ਕਰਕੇ ਖੋਲੇ ਗਏ ਨੇ, ਤੇ ਹੁਣ ਇਸ ਵੇਲੇ ਜਿਹੜੇ ਸਿੱਖ ਯਾਤਰੂ ਨੇ ਉਹ ਕਰਤਾਰਪੁਰ ਸਾਹਿਬ ਜੀ ਦੀ ਯਾਤਰਾ ਕਰ ਸਕਦੇ ਨੇ, ਦਰਸ਼ਨ ਕਰ ਸਕਦੇ ਨੇ। ਕੀ ਪਾਕਿਸਤਾਨ ਸਰਕਾਰ ਇਸ ਗੱਲ ਨੂੰ ਵੀ ਚਾਹੇਗੀ ਕਿ ਸਿੱਖ ਯਾਤਰੀ ਜਾਂ ਹਿੰਦੂ ਯਾਤਰੀ ਜਿਹੜੇ ਗੁਰਧਾਮ ਪਾਕਿਸਤਾਨ ਦੇ ਵਿੱਚ ਰਹਿ ਗਏ ਨੇ ਉਹਨਾਂ ਦੀ ਯਾਤਰਾ ਕਰਨਾ ਚਾਹਣ ਤੇ ਉਹਨਾਂ ਦੇ ਵਾਸਤੇ ਕੁਝ ਜਿਹੜੀਆਂ ਰਿਸਟ੍ਰਿਕਸ਼ਨ ਜਿਹੜੀਆਂ ਹਨ ਲੱਗੀਆਂ ਹੋਈਆਂ, ਕੀ ਪਾਕਿਸਤਾਨ ਸਰਕਾਰ ਇਸ ਗੱਲ ਤੇ ਵਿਚਾਰ ਕਰ ਰਹੀ ਹੈ ਕਿ ਉਹਨਾਂ ਨੂੰ ਘਟਾਇਆ ਜਾਵੇ? ਪਿਆਰੇ ਦਰਸ਼ਕੋ, ਮੈਂ ਖਿਮਾ ਆਪ ਜੀ ਦੇ ਕੋਲੋਂ ਮੰਗਾਂਗਾ, ਕਿਉਂਕਿ ਰਿਸੈਪਸ਼ਨ ਇੰਟਰਨੈਟ ਦੀ ਕਮੀ ਹੋਣ ਕਰਕੇ ਸਹੀ ਤੌਰ ਤੇ ਅਸੀਂ ਤਾਰਕ ਸਾਹਿਬ ਦੀ ਉਹਨਾਂ ਦੇ ਬਿਆਨ ਜਿਹੜੇ ਨਹੀਂ ਲੈ ਸਕੇ, ਉਹਨਾਂ ਦੀਆਂ ਖਬਰਾਂ ਦੀ ਸਾਂਝ ਅਸੀਂ ਨਹੀਂ ਪਾ ਸਕੇ। ਖੈਰ ਚਲੋ, ਅਸੀਂ ਗੱਲ ਕਰਦੇ ਹਾਂ ਕਿ ਪਾਕਿਸਤਾਨ ਦੇ ਵਿੱਚੋਂ ਇੱਕ ਹੋਰ ਖਬਰ ਆ ਰਹੀ ਹੈ ਜੀ। ਪਾਕਿਸਤਾਨ ਦੇ ਹਸਨ ਅਬਦਾਲ ਸ਼ਹਿਰ ਦੇ ਵਿੱਚ ਇੱਕ ਹਿੰਦੂ ਲੜਕੀ ਜਿਹੜੀ ਹੈ ਉਸ ਨੂੰ ਸਹਾਇਕ ਕਮਿਸ਼ਨਰ ਤੇ ਪ੍ਰਸ਼ਾਸਕ ਦੇ ਵੱਲੋਂ ਪਾਕਿਸਤਾਨ ਸਰਕਾਰ ਦੇ ਵੱਲੋਂ ਨਿਯੁਕਤ ਕੀਤਾ ਗਿਆ ਹੈ। ਬਹੁਤ ਬੜੀ ਖਬਰ ਹੈ ਜੀ। ਤੇ ਖਬਰ ਇਹ ਵੀ ਇੱਕ ਆ ਰਹੀ ਹੈ ਕਿ ਪਿੱਛੇ ਜਿਹਾ ਤੁਸੀਂ ਸੁਣਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ, ਇੱਕ ਬਿਆਨ ਜਿਹੜਾ ਦਿੱਤਾ ਸੀਗਾ, ਮੀਡੀਆ ਦੇ ਵਿੱਚ ਵੀ ਆਇਆ, ਖਬਰਾਂ ਦੇ ਵਿੱਚ ਵੀ ਆਇਆ, ਕਿ ਸਾਨੂੰ ਜਿਹੜੇ ਗੁਆਂਢੀ ਸਾਡੇ ਮੁਲਕ ਨੇ ਉਹਨਾਂ ਦੇ ਨਾਲ ਬਣਾ ਕੇ ਰੱਖਣੀ ਚਾਹੀਦੀ ਆ। ਕੀ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ? ਇਹ ਵਿਚਾਰ ਤੁਸੀਂ ਕਰਨੀ ਆ। ਖੈਰ, ਜਦੋਂ ਕਿਸੇ ਮੁਲਕ ਦੇ ਇੱਕ ਦੂਸਰੇ ਦੇ ਨੇੜੇ ਹੁੰਦੇ ਨੇ ਮੁਲਕ, ਤੇ ਬਹੁਤ ਸਾਰੇ ਉਹਨਾਂ ਮੁਲਕਾਂ ਨੂੰ ਫਾਇਦੇ ਵੀ ਹੋ ਜਾਂਦੇ ਨੇ। ਜਦੋਂ ਤਕਰਾਰ ਕਰਦੇ ਨੇ ਮੁਲਕ ਇੱਕ ਦੂਸਰੇ ਦੇ ਨਾਲ ਤੇ ਉਹਦੇ ਨੁਕਸਾਨ ਵੀ ਬਹੁਤ ਹੁੰਦੇ ਨੇ। ਚਲੋ, ਅਸੀਂ ਖਬਰਾਂ ਦੀ ਸਾਂਝ ਜਿਹੜੀ ਹੈ ਉਹ ਫਿਰ ਤੁਹਾਡੇ ਨਾਲ ਸਾਂਝੀ ਕਰ ਲਾਂਗੇ। ਤੋਂ ਗੱਲ ਅਸੀਂ ਕਰਨ ਲੱਗਿਆ, ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਇੰਡੀਆ ਦੀ ਧਰਤੀ ਤੋਂ
ਜੇ ਮੈਂ ਗੱਲ ਕਰਾਂ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਇਸ ਵੇਲੇ ਪ੍ਰਚਾਰ ਕਰ ਰਹੇ ਨੇ ਸਿੱਖੀ ਦਾ, ਸਾਡੇ ਭੈਣ ਜੀ ਜੁੜੇ ਹੋਏ ਨੇ ਸਾਡੇ ਨਾਲ, ਅਨੁਰਾਧਾ ਭਾਰਗਵ ਜੀ ਉਹ ਜੁੜੇ ਹੋਏ ਨੇ ਸਾਡੇ ਨਾਲ। ਤਾਰਕ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ, ਕਿਉਂਕਿ ਤੁਹਾਡੀ ਇੰਟਰਨੈਟ ਜਿਹੜੀ ਹੈ ਨਾ ਉਹ ਇਸ ਵੇਲੇ ਬਹੁਤ ਵੀਕ ਹੋਣ ਕਰਕੇ ਤੁਹਾਡੀ ਆਵਾਜ਼ ਜਿਹੜੀ ਆ ਸਾਡੇ ਤੱਕ ਨਹੀਂ ਪਹੁੰਚ ਸਕੀ। ਤੁਹਾਡਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਬਹੁਤ ਤੁਹਾਨੂੰ ਅਸੀਂ ਧੰਨਵਾਦ ਕਹਿੰਦੇ ਹਾਂ ਤੇ ਤੁਹਾਡੇ ਤੋਂ ਅਸੀਂ ਇਜਾਜ਼ਤ ਵੀ ਮੰਗਦੇ ਹਾਂ ਜੀ। ਓਕੇ, ਗੱਲਬਾਤ ਕਰਦੇ ਹਾਂ ਜੀ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਜੁੜੇ ਹੋਏ ਨੇ, ਅਨੁਰਾਧਾ ਕੌਰ ਭਾਰਗਵ ਸਾਡੇ ਨਾਲ ਜੁੜੇ ਹੋਏ ਨੇ ਤੇ ਨਾਲ ਹੀ ਸਾਡੇ ਨਿਊਯਾਰਕ ਦੀ ਧਰਤੀ ਤੋਂ ਜੁੜੇ ਹੋਏ ਨੇ ਗਿਆਨੀ ਤੇਜਪਾਲ ਸਿੰਘ ਜੀ, ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਆਓ ਅੱਜ ਅਸੀਂ ਇਹਨਾਂ ਦੇ ਨਾਲ ਵਿਚਾਰਾਂ ਕਰਨੀਆਂ ਨੇ। ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਫਤਿਹ ਬੁਲਾਵਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਅਨੁਰਾਧਾ ਕੌਰ ਭਾਰਗਵ ਜੀ, ਤੁਹਾਡਾ ਬਹੁਤ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਜੀ। ਸਿੱਖ ਚੈਨਲ ਤੋਂ ਅੱਜ ਤੁਹਾਨੂੰ ਦੇਸ਼ ਦੁਨੀਆ ਦੇ ਵਿੱਚ ਵੇਖਿਆ ਜਾ ਰਿਹਾ ਜੀ। ਸਭ ਤੋਂ ਪਹਿਲਾਂ ਤੁਸੀਂ ਸਿੱਖ ਚੈਨਲ ਦੇ ਬਾਰੇ ਕੀ ਕਹਿਣਾ ਚਾਹੋਗੇ? जी वीर जी, बहुत बहुत धन्यवाद आपके टीवी चैनल का, जो सिक्खी प्रचार प्रसार जिसकी जिम्मेवारी श्री गुरु तेग बहादुर जी ने मुझे दी है, मैं वो सेवा निभा रही हूँ। और आपके टीवी चैनल के माध्यम से पूरी दुनिया तक ये संदेश जा सकेगा कि किस तरीके से सिक्खी का प्रसार और प्रचार जरूरी है और किस तरीके से हम सिक्खी को और ज्यादा पूरे देश में नहीं, हर पूरे विदेश तक पहुंचा सकते हैं। तो ये संदेश आपके टीवी के माध्यम से जा रहा है और बहुत बहुत बधाई के पात्र हैं आप कि हमारी आवाज तक को विश्व तक पहुंचाने का काम करते हैं। बहुत बहुत धन्यवाद आपके टीवी चैनल का। बिल्कुल भैन जी अनुराधा कौर जी, मैं साडे प्यारे दर्शकों ਨੂੰ ਇੱਕ ਦੱਸਣਾ ਚਾਹੁੰਦਾ ਇਹ ਗੱਲ, ਥੋੜੀ ਜਿਹੀ ਇੱਕ ਮਾਫੀ ਵੀ ਮੈਂ ਆਪਣੇ ਦਰਸ਼ਕਾਂ ਤੋਂ ਮੰਗਾਂਗਾ ਕਿਉਂਕਿ ਉਹ ਥੋੜਾ ਜਿਹਾ ਇੱਕ ਹਿੰਦੀ ਜਿਹੜੀ ਆ ਉਹਦੇ ਵਿੱਚ ਗੱਲ ਕਰਦੇ ਨੇ। ਉਹਦਾ ਕਾਰਨ ਕੀ ਹੈ, ਉਹਦਾ ਰੀਜ਼ਨ ਕੀ ਹੈ, ਭੈਣ ਜੀ ਆਪ ਹੀ ਖੁਦ ਦੱਸਣਗੇ ਤੇ ਮੈਂ ਵੀ ਥੋੜਾ ਜਿਹਾ ਤੁਹਾਨੂੰ ਦੱਸ ਦਿੰਦਾ, ਜਾਣਕਾਰੀ ਮੈਂ ਦੇ ਦਿੰਦਾ। ਸਾਡੇ ਸਤਿਕਾਰਯੋਗ ਭੈਣ ਜੀ ਜਿਹੜੇ ਕਿ ਸਨਾਤਨ ਧਰਮ ਦੇ ਵਿੱਚੋਂ ਸਿੱਖੀ ਨੂੰ ਪਿਆਰ ਕਰਦੇ ਹੋਏ ਉਹਨਾਂ ਨੇ ਇਹ ਸਿੱਖ ਧਰਮ ਜਿਹੜਾ ਅਡਾਪਟ ਕੀਤਾ ਆ ਤੇ ਉਹ ਪੰਜਾਬ ਦੇ ਨਹੀਂ ਰਹਿਣ ਵਾਲੇ। ਗੱਲ ਕਰਦੇ ਆ ਭੈਣ ਜੀ ਅਨੁਰਾਧਾ ਕੌਰ ਜੀ, ਤੁਸੀਂ ਕਿਸ ਸਟੇਟ ਦੇ ਨਾਲ ਤੁਸੀਂ ਸੰਬੰਧਿਤ ਹੋ? जो कि हरियाणा में पड़ता है, हरियाणा की रहने वाली हूँ और सनातन धर्म में मेरा जन्म हुआ ब्राह्मण परिवार में जी। तो जैसे जैसे जीवन बढ़ता गया, नियत और कर्म पर विश्वास कर मैं अपने पेशे से जैसे कि वकील हूँ तो वकालत कर रही थी। एक दिन जब श्री गुरु तेग बहादुर जी के बारे में पता चला कि श्री गुरु तेग बहादुर जी ने इतने सेक्रीफाइसेस किए हैं हमारे लिए, जनेऊ तिलक के लिए, मानवता के लिए, तो उसी दिन मेरे जीवन में बदलाव आया और मैंने उसी दिन सोच लिया कि श्री गुरु तेग बहादुर और सिक्खी का प्रसार पूरे विश्व में करना है, हर घर तक इस प्रसार को पहुंचाना है, जो कि मेरा कर्तव्य बनता है। मेरा ही नहीं, इस देश के 135 करोड़ लोगों का यह कर्तव्य बनता है कि जिस मानवता के लिए गुरु तेग बहादुर जी ने, गुरु गोविंद सिंह जी ने, साहिबजादों ने शहादत दी है, आज उनकी शहादत को एक घर तक पहुंचाना चाहिए ताकि आने वाला जो जीवन है, आने वाला समय है, बहुत ही समृद्ध बन सके, हमारी युवा पीढ़ियां एक अच्छे रास्ते पर जा सके। तो सनातन में जन्म हुआ, ब्राह्मण परिवार में जन्म होने के बावजूद आज मुझे ऐसा लगता है कि सिक्खी से आप सभी पूरा विश्व जानता है, बचपन में माँ बाप जाने मैं अनाथ ही थी और कहीं ना कहीं से विश्वास उठ चुका था। गुरु तेग बहादुर जी की अपार कृपा जब हुई तो देखिए कि जो आप स्क्रीन पर देख रहे हैं ज्ञानी तेजपाल सिंह जी, इन्होंने मुझे सामाजिक कानूनी तौर पर अपनी बिटिया का एक मान सत्कार देकर आज इस अनाथ बच्ची को एडॉप्ट कर आज उसको माँ बाप का प्यार भी दिया है। गुरमत का जो प्रचार प्रसार मैं आज कर पा रही हूँ, आज इन्हीं के आशीर्वाद से है। ये मुझे बताते हैं किस तरीके से गुरु साहिबान ने शहादत दी। तो एक बचपन से लेकर एक अनाथ बच्चा आज श्री गुरु तेग बहादुर जी का प्रचार करता है। तो कहते हैं गुरु तेग बहादुर सिमरिए घर नो निधि आवे ताए। तो ये सत्य है कि अगर कोई श्री गुरु तेग बहादुर जी को जपता है, उनका नाम भी लेता है, तो उसके सभी दुख दूर हो जाते हैं।
आज एक अनाथ बच्चे को माँ-बाप मिल सकते हैं। आज पूरा विश्व गुरु तेग बहादुर जी की लाडली बेटी मुझे कहकर पुकारता है। मुझे लगता है कि 135 करोड़ लोगों में मैं सबसे ज़्यादा भाग्यशाली हूँ कि आज ये सिख समाज अपनी बेटी बहन करता है। तुम्हें तो इतने भाई, इतना बड़ा परिवार हो चुका है गुरु साहब की कृपा से। तो ये सिक्खी जो है, ये सनातन का शुद्ध रूप है। लोगों को समझना हो कि सनातन और सिक्खी अलग-अलग नहीं है, एक दूसरे के पहलू हैं। आज जो सिख समाज है, वो हमारे बाप दादा, हमारे बड़े भाई हैं। ਜੀ ਬੇਟੀ ਅਨੁਰਾਧਾ ਕੌਰ ਜੀ, ਮੈਂ ਤੁਹਾਡੇ ਨਾਲ ਫੇਰ ਆਉਣਾ ਵਾ। ਮੈਂ ਜਾਣਾ ਚਾਹਾਂਗਾ ਸਾਡੇ ਸਤਿਕਾਰਯੋਗ ਗਿਆਨੀ ਤੇਜਪਾਲ ਸਿੰਘ ਜੀ, ਜਿਹੜੇ ਇਸ ਵੇਲੇ ਨਿਊਯਾਰਕ ਦੀ ਧਰਤੀ ਤੋਂ ਸਾਡੇ ਨਾਲ ਜੁੜੇ ਹੋਏ ਨੇ। ਗਿਆਨੀ ਤੇਜਪਾਲ ਸਿੰਘ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਭਾਈ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਇਸ ਵੇਲੇ ਦੇਸ਼ ਦੁਨੀਆ ਦੇ ਵਿੱਚ ਦੇਖਿਆ ਜਾ ਰਿਹਾ ਜੀ ਸਿੱਖ ਚੈਨਲ ਦੀ ਨਜ਼ਰ ਤੋਂ। ਗੱਲਬਾਤ ਆਪਾਂ ਕਰਦੇ ਹਾਂ ਜੀ। ਬੇਟੀ ਅਨੁਰਾਧਾ ਕੌਰ ਭਾਰਗਵ ਜਿਹੜੇ ਉਹਨਾਂ ਨੇ ਆਪਣੀ ਕਹਾਣੀ ਉਹ ਆਪ ਦੱਸ ਰਹੇ ਨੇ ਕਿ ਮੈਂ ਸਨਾਤਨ ਧਰਮ ਦੇ ਵਿੱਚ ਜਨਮ ਲਿਆ ਵਾ, ਔਰ ਨਾਲ ਉਹਨਾਂ ਨੇ ਕਾਰਨ ਵੀ ਦੱਸਿਆ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਆ ਉਹ ਕਿਉਂ ਸ਼ਹਾਦਤ ਹੋਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੇ ਜੰਗਾਂ ਜਿਹੜੀਆਂ ਲੜੀਆਂ ਉਹ ਕਿਉਂ ਲੜੀਆਂ ਵਾ। ਕਿਤੇ ਵੀ ਜ਼ਿਕਰ ਨਹੀਂ ਆਉਂਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਹਮਲਾ ਕੀਤਾ। ਕੋਈ ਗਿਆ ਉਹਨਾਂ ਦੇ ਉੱਤੇ, ਕੋਈ ਵੈਰੀ ਚੜ ਕੇ ਗਿਆ ਤੇ ਉਹਦਾ ਮੁਕਾਬਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ। ਤੇ ਬੇਟੀ ਦੱਸ ਰਹੀ ਸੀ ਅਨੁਰਾਧਾ ਕੌਰ ਜੀ ਵੀ ਉਹਨਾਂ ਨੇ ਇਹ ਸਭ ਕੁਝ ਵਕਾਲਤ ਜਿਹੜੀ ਵਕੀਲ ਹੁੰਦੇ ਹੋਏ ਉਹਨਾਂ ਨੇ ਇੱਕ ਸਿੱਖੀ ਅਡਾਪਟ ਕੀਤੀ ਹੈ ਕਿਉਂਕਿ ਪ੍ਰਭਾਵਿਤ ਹੋਏ ਨੇ। ਤੁਸੀਂ ਇਸ ਗੱਲ ਨੂੰ ਹੋਰ ਜਿਹੜਾ ਕਲੈਰੀਫਾਈ ਕਿੱਦਾਂ ਕਰਨਾ ਚਾਹੋਗੇ, ਜਾਂ ਉਹਨਾਂ ਦੇ ਜੀਵਨ ਬਾਰੇ, ਜਾਂ ਉਹ ਤੁਹਾਡੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਇਹ ਸਾਡੇ ਪਿਆਰੇ ਦਰਸ਼ਕਾਂ ਨੂੰ ਤੁਸੀਂ ਸਭ ਤੋਂ ਪਹਿਲਾਂ ਇਹ ਜਾਣਕਾਰੀ ਦਿਓ ਜੀ। ਦੇਖੋ, ਜਿੱਥੋਂ ਤੱਕ ਬਿਟੀਆ ਦਾ ਸਵਾਲ ਹੈ ਅਨੁਰਾਧਾ ਭਾਰਗਵ, ਮੈਂ ਸਮਝਦਾ ਵੀ ਹੁੰਦੀਆਂ ਨੇ ਕੁਝ ਰੂਹਾਂ ਇਸ ਧਰਤੀ ਦੇ ਉੱਤੇ ਜਿਹੜੀਆਂ ਪ੍ਰਮਾਤਮਾ ਦੇ ਨਾਲ ਜੁੜੀਆਂ ਹੁੰਦੀਆਂ ਨੇ, ਲੇਕਿਨ ਉਹਨਾਂ ਨੂੰ ਮੌਕਾ ਨਹੀਂ ਮਿਲਦਾ। ਬਾਣੀ ਦਾ ਫਰਮਾਨ ਹੈ, ਪੂਰਬ ਕਰਮ ਅੰਕੁਰ ਜਬ ਪ੍ਰਗਟਿਓ ਭੇਟਿਓ ਰਸਕ ਪੁਰਖ ਬੈਰਾਗੀ। ਸੋ ਉਸ ਤਰੀਕੇ ਦੇ ਨਾਲ ਹੀ ਇਹਨਾਂ ਨੂੰ ਅਚਾਨਕ ਹੀ ਇੱਕ ਵਾਰੀ ਇਹ ਕਿਸੇ ਦਫ਼ਤਰ ਦੇ ਵਿੱਚ ਬੈਠੇ ਸੀ ਤੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੇ ਸੰਬੰਧਿਤ ਇੱਕ ਪੁਸਤਕ ਇਹਨਾਂ ਦੇ ਹੱਥ ਲੱਗੀ ਤੇ ਉਹ ਪੁਸਤਕ ਇਹਨਾਂ ਨੇ ਪੜ੍ਹਿਆ ਤੇ ਉਹਦੇ ਵਿੱਚ ਇਹਨਾਂ ਨੂੰ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਜਿਹੜੀ ਉਹ ਕਿੱਡੀ ਵੱਡੀ ਹੈ। ਕਿਉਂਕਿ ਇਹਨਾਂ ਨੇ ਸ਼ੁਰੂ ਤੋਂ ਜਿਵੇਂ ਦੱਸਿਆ ਮਾਤਾ ਪਿਤਾ ਨਹੀਂ ਸੀ ਹੈਗੇ, ਮੈਡੀਕਲ ਤੋਂ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਵਕਾਲਤ ਵਿੱਚ ਚਲੇ ਗਏ। ਤਾਂ ਕਿਤੇ ਨਾ ਕਿਤੇ ਇਹਨਾਂ ਦੇ ਜੀਵਨ ਦੇ ਵਿੱਚ ਇਹ ਘਟਨਾ ਵਾਪਰੀ ਨਹੀਂ ਸੀ ਜਿਵੇਂ ਆਮ ਅਸੀਂ ਬੱਚਿਆਂ ਨੂੰ ਧਾਰਮਿਕ ਸਿੱਖਿਆ ਦਿੰਦੇ ਆ ਜਾਂ ਧਰਮ ਦੇ ਨਾਲ ਜੋੜਦੇ ਆ। ਸੋ ਇਹਨਾਂ ਦਾ ਧਰਮ ਦੇ ਨਾਲ ਕੋਈ ਸਰੋਕਾਰ ਨਹੀਂ ਸੀ। ਜਿਹੜੇ ਇਹਨਾਂ ਦੇ ਆਪਣੇ ਪਰਿਵਾਰਕ ਸਨਾਤਨੀ ਕਰਮਕਾਂਡ ਹੁੰਦੇ ਨੇ ਉਹਨਾਂ ਤੋਂ ਵੀ ਇਹ ਦੂਰ ਸੀ ਤੇ ਸਿੱਖੀ ਦਾ ਤੇ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਸੀ ਵੀ ਸਿੱਖੀ ਹੈ ਕੀ ਹੈ। ਬਸ ਦੇਖਿਆ ਜ਼ਰੂਰ ਹੋਣਾ ਇਹਨਾਂ ਨੇ ਵੀ ਦਸਤਾਰਾਂ ਵਾਲੇ ਇਨਸਾਨ ਹੁੰਦੇ ਨੇ ਜਾਂ ਇਸ ਤਰ੍ਹਾਂ ਕਰਕੇ। ਬੜੇ ਹਾਸੇ ਵਾਲੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਮੇਰੀ ਇਹਨਾਂ ਨਾਲ ਗੱਲ ਹੋਈ ਤੇ ਕਹਿੰਦੇ ਵੀ ਜਦੋਂ ਅਸੀਂ ਕਦੇ ਮੈਂ ਗੁਰੂ ਘਰ ਜਾ ਕੇ ਵੇਖਿਆ ਨਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਜਿਸ ਥੜਾ ਸਾਹਿਬ ਦੇ ਉੱਤੇ, ਤੇ ਕਹਿੰਦੇ ਮੈਂ ਸੋਚਦੀ ਹੁੰਦੀ ਸੀ ਵੀ ਸ਼ਾਇਦ ਇਹਦੇ ਥੱਲੇ ਕੋਈ ਕਬਰ ਹੈ, ਵੀ ਜਿਵੇਂ ਮੁਸਲਮਾਨਾਂ ਦੀਆਂ ਕਬਰਾਂ ਹੁੰਦੀਆਂ ਨੇ ਵੀ ਕਬਰਾਂ ਦੇ ਇਹਦੇ ਥੱਲੇ ਕੋਈ ਕਬਰ ਹੈ ਤੇ ਕਬਰ ਦੇ ਉੱਤੇ ਵੀ ਇਹ ਆਪਣੇ ਧਾਰਮਿਕ ਜਿਹੜਾ ਗ੍ਰੰਥ ਹੈ ਉਹਦਾ ਪ੍ਰਕਾਸ਼ ਕਰਦੇ ਨੇ। ਸੋ ਇਹੋ ਜਿਹੀਆਂ ਕਈ ਇਹਨਾਂ ਦੇ ਮਨ ਦੇ ਵਿੱਚ ਗੱਲਾਂ ਸੀ ਜਿਹੜੀਆਂ ਕਲੀਅਰ ਨਹੀਂ ਸੀ ਹੈਗੀਆਂ ਸਿੱਖੀਜ਼ਮ ਨੂੰ ਲੈ ਕੇ। ਲੇਕਿਨ ਜਦੋਂ ਇਹਨਾਂ ਨੇ ਉਹ ਕਿਤਾਬ ਪੜ੍ਹੀ ਤੇ ਇਹਨਾਂ ਨੂੰ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਜਿਹੜੀ ਉਹ ਮਨੁੱਖਤਾ ਦੇ ਵਾਸਤੇ, ਸਨਾਤਨ ਦੇ ਵਾਸਤੇ ਹੋਈ ਹੈ। ਤੇ ਜਿਵੇਂ ਅੰਦਰੋਂ ਹੀ ਕੋਈ ਇਹਨਾਂ ਦੇ ਇੱਕ ਜਿਹੜੀ ਕੋਈ ਸੁੱਤੀ ਹੋਈ ਚਿਣਗ ਸੀ ਉਹ ਜਾਗੀ ਤੇ ਇਹਨਾਂ ਨੂੰ ਲਾਲਸਾ ਹੋਈ ਵੀ ਮੈਂ ਹੋਰ ਜਾਣਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ। ਤੇ ਉਸ ਸੰਬੰਧ 'ਚ ਫਿਰ ਇਹਨਾਂ ਨੇ ਕਰਨਾਲ ਉੱਥੇ ਬਾਬਾ ਰਾਮ ਸਿੰਘ ਜੀ ਨੇ ਉਹਨਾਂ ਦੇ ਨਾਲ ਇਹਨਾਂ ਨੇ ਸੰਪਰਕ ਕੀਤਾ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਚੜ੍ਹਾਈ ਕਰ ਗਏ ਸੀ, ਸ਼ਹੀਦ ਹੋ ਗਏ ਸੀ। ਤੇ ਉਹਨਾਂ ਨੇ ਫਿਰ ਇਹਨਾਂ ਨੂੰ ਹੋਰ ਜ਼ਿਆਦਾ ਯਾਨੀ ਕਿ ਸਮਝਾਇਆ ਗੁਰੂ ਸਿੱਖੀ ਦੇ ਬਾਰੇ, ਗੁਰਮਤਿ ਦੇ ਬਾਰੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਬਾਰੇ। ਤੇ ਉੱਥੋਂ ਫਿਰ ਇਹਨਾਂ ਨੇ ਇੱਕ ਸਮਾਗਮ ਰੱਖਿਆ ਸੀ ਕਰਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦੇ ਸੰਬੰਧ ਵਿੱਚ। ਤੇ ਉਸ ਸਮਾਗਮ ਦੇ ਵਿੱਚ ਮੈਨੂੰ ਪ੍ਰਚਾਰਕ ਦੇ ਤੌਰ ਤੇ ਜਾਣ ਦਾ ਜਿਹੜਾ ਮੌਕਾ ਮਿਲਿਆ ਤੇ ਉੱਥੋਂ ਫਿਰ ਜਿਹੜਾ ਇਹਨਾਂ ਦੀ ਮੈਂ ਲਗਨ ਜਦੋਂ ਦੇਖੀ ਗੁਰਮਤਿ ਦੇ ਪ੍ਰਤੀ ਤੇ ਮੈਨੂੰ ਲੱਗਾ ਵੀ ਇਹਨਾਂ ਨੂੰ ਅਗਰ ਘੜਿਆ ਜਾਏ ਤੇ ਜਿਹੜੀ ਇਹਨਾਂ ਦੇ ਅੰਦਰ ਚਿਣਗ ਹੈ ਉਹ ਸਾਰੀ ਲੋਕਾਈ ਵਾਸਤੇ, ਇਹਨਾਂ ਦੇ ਆਪਣੇ ਸਮਾਜ ਵਾਸਤੇ ਇੱਕ ਉਦਾਹਰਣ ਹੋ ਸਕਦਾ ਹੈ। ਸੋ ਉਸ ਦਿਨ ਤੋਂ ਫਿਰ ਮੈਂ ਇਹਨਾਂ ਨੂੰ ਹੌਲੀ ਹੌਲੀ ਗੁਰਮਤਿ ਦੇ ਨਾਲ ਜੋੜਨਾ ਸ਼ੁਰੂ ਕੀਤਾ, ਗੁਰਬਾਣੀ ਦੀ ਸਿੱਖਿਆ ਦਿੱਤੀ ਤੇ ਆਪਣਾ ਇਤਿਹਾਸ ਬਾਰੇ ਦੱਸਿਆ। ਫਿਰ 6 ਜੂਨ ਦਾ ਵਾਕਿਆ ਇਹਨਾਂ ਨੇ ਮੇਰੇ ਤੋਂ ਪੁੱਛਿਆ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦਾ ਕੀ ਸੰਬੰਧ ਹੈ, ਉਹਨਾਂ ਦਾ ਕੀ ਜੀਵਨ ਹੈ,
ਕਿਉਂਕਿ ਹਰਿਆਣੇ ਦੇ ਵਿੱਚ ਆਪ ਜੀ ਨੂੰ ਪਤਾ ਉਦੋਂ ਖੱਟਰ ਜਿਹੜਾ ਸੀਐਮ ਹੈ ਉਹ ਤਸਵੀਰ ਦਾ ਮਸਲਾ ਜਿਹੜਾ ਉਹ ਹੋ ਚੁੱਕਾ ਸੀ। ਸੋ ਮੈਂ ਇਹਨਾਂ ਨੂੰ ਸਮਝਾਈਆਂ ਸਾਰੀਆਂ ਗੱਲਾਂ ਕਿ ਸਿੱਖ ਕਮਿਊਨਿਟੀ ਕੀ ਹੈ, ਉਹਨੇ ਇਸ ਦੇਸ਼ ਵਾਸਤੇ ਕੀ ਕੀਤਾ ਹੈ ਤੇ ਇਸ ਦੇਸ਼ ਨੇ ਸਿੱਖਾਂ ਵਾਸਤੇ ਕੀ ਕੀਤਾ ਹੈ। ਸੋ ਉਸ ਤਰੀਕੇ ਦੇ ਨਾਲ ਜਿਵੇਂ ਜਿਵੇਂ ਇਹਨਾਂ ਨੂੰ ਪਰਤ ਦਰ ਪਰਤ ਗੁਰਮਤ ਦੇ ਬਾਰੇ, ਸਿੱਖ ਇਤਿਹਾਸ ਦੇ ਬਾਰੇ ਜਾਣਕਾਰੀ ਮਿਲਦੀ ਰਹੀ ਤੇ ਉਹਨਾਂ ਹੀ ਇਹਨਾਂ ਦੇ ਹਿਰਦੇ ਦੇ ਵਿੱਚ ਇੱਕ ਭਾਵ ਜਿਹੜਾ, ਇੱਕ ਪ੍ਰੇਮ ਗੁਰੂਆਂ ਦੇ ਪ੍ਰਤੀ, ਸਿੱਖ ਫਲਸਫੇ ਦੇ ਪ੍ਰਤੀ ਉਹ ਪੈਦਾ ਹੁੰਦਾ ਗਿਆ। ਤੇ ਇਹ ਕਹਿੰਦੇ ਵੀ ਮੇਰੇ ਮਾਤਾ ਪਿਤਾ ਨਹੀਂ ਹੈਗੇ, ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਮੈਨੂੰ ਆਪਣਾ ਪਿਤਾ ਹੀ ਸਮਝੋ, ਸਾਡਾ ਪਰਿਵਾਰ ਤੁਹਾਡਾ ਪਰਿਵਾਰ ਹੈ, ਕਿਉਂਕਿ ਸਾਨੂੰ ਅਗਰ ਸਾਡੇ ਗੁਰੂ ਸਾਹਿਬ ਤੁਹਾਡੇ ਵਾਸਤੇ ਆਪਣਾ ਸੀਸ ਵਾਰ ਸਕਦੇ ਨੇ, ਤੇ ਸਤਿਗੁਰ ਦੀ ਬਾਣੀ ਦਾ ਵੀ ਫਰਮਾਨ ਹੈ, ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਂਹ ਨਾ ਛੋੜੀ ਹੈ। ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ, ਤੁਹਾਨੂੰ ਜ਼ਿੰਦਗੀ 'ਚ ਅੱਗੇ ਕਦੇ ਵੀ ਇਸ ਗੱਲ ਕਹਿਣ ਦੀ ਲੋੜ ਨਹੀਂ ਵੀ ਮੈਂ ਅਨਾਥ ਹਾਂ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੁਹਾਡੇ ਤੇ ਹੱਥ ਹੈ। ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੂਕਰ ਹਾਂ, ਸੇਵਕ ਹਾਂ, ਤੇ ਜਿੰਨਾ ਵੀ ਸਾਡੇ ਤੋਂ ਹੋ ਸਕੇਗਾ ਅਸੀਂ ਤੁਹਾਡੀ ਮਦਦ ਕਰਾਂਗੇ। ਤੇ ਉਸ ਦਿਨ ਤੋਂ ਬਸ ਇਹ ਪਿਓ ਧੀ ਦਾ ਜਿਹੜਾ ਰਿਸ਼ਤਾ ਹੈ ਉਹ ਥੋੜਾ ਹੋਰ ਮਜ਼ਬੂਤ ਹੋ ਗਿਆ, ਤੇ ਉਸ ਦਿਨ ਤੋਂ ਇਹ ਲਗਾਤਾਰ ਗੁਰਮਤ ਦਾ ਪ੍ਰਚਾਰ ਕਰ ਰਹੇ ਨੇ, ਸਹਿਜ ਪਾਠ ਕਰ ਰਹੇ ਨੇ। ਇਹਨਾਂ ਦਾ ਛੋਟਾ ਬੇਟਾ ਜਿਹੜਾ ਉਹਦੇ ਅੰਦਰ ਵੀ ਬੜੀ ਸਿੱਖੀ ਦੀ ਜਿਹੜੀ ਲਗਨ ਆ, ਗੁਰਬਾਣੀ ਦੀ, ਗੁਰਮਤ ਦੀ, ਉਹ ਵੀ ਇੱਕ ਚਿੰਗ ਜਾਗੀ ਹੈ। ਪਾਕਿਸਤਾਨ ਪ੍ਰਚਾਰ ਵਾਸਤੇ ਗਏ, ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ, ਤੇ ਉੱਥੇ ਸੰਤ ਬਾਬਾ ਥਾਰੀਆ ਸਿੰਘ ਦਾ ਬੜਾ ਪਵਿੱਤਰ ਸਥਾਨ ਹੈ ਪਾਕਿਸਤਾਨ ਦੇ ਸਿੰਧ ਪਰਿਵਾਰ ਦੇ ਵਿੱਚ, ਸਿੰਧ ਸਮਾਜ ਦੇ ਵਿੱਚ ਬਾਬਾ ਥਾਰੀਆ ਸਿੰਘ ਜੀ ਦਾ ਬੜਾ ਵੱਡਾ ਸਥਾਨ ਹੈ। ਜਿਵੇਂ ਇੰਡੀਆ ਦੇ ਵਿੱਚ ਅਸੀਂ ਬਾਬਾ ਨੰਦ ਸਿੰਘ ਜੀ, ਬਾਬਾ ਈਸਰ ਸਿੰਘ ਜੀ ਨੂੰ ਦੇਖਦੇ ਹਾਂ, ਤੇ ਉਸ ਅਸਥਾਨ ਦੀ ਦਸਤਾਰ ਜਿਹੜੀ ਹੈ ਉਹ ਪਾਕਿਸਤਾਨ ਦੇ ਸਿੰਧੀ ਪਰਿਵਾਰਾਂ ਨੇ ਇਹਨਾਂ ਦੇ ਛੋਟੇ ਬੇਟੇ ਨੂੰ ਦਿੱਤੀ। ਕਹਿੰਦੇ ਵੀ ਸਾਨੂੰ ਉਹਦੇ ਵਿੱਚ, ਉਸ ਬੱਚੇ ਦੇ ਵਿੱਚ ਬਾਬਾ ਥਾਰੀਆ ਸਿੰਘ ਦਾ ਅਕਸ਼ ਜਿਹੜਾ ਉਹ ਨਜ਼ਰ ਆਇਆ। ਜਦੋਂ ਸਟੇਜ ਤੇ ਬਹਿ ਕੇ ਬੋਲਿਆ, ਉਹਨੇ ਸਿਮਰਨ ਕਰਵਾਇਆ, ਉਹਨੇ ਕਥਾ ਕੀਤੀ, ਤੇ ਉਹ ਇੰਨੇ ਪ੍ਰਭਾਵਿਤ ਹੋਏ ਉਸ ਛੋਟੇ ਬੱਚੇ ਤੋਂ ਵੀ ਉਹਨਾਂ ਨੇ ਦਸਤਾਰ ਦੇਣ ਦਾ ਜਿਹੜਾ ਫੈਸਲਾ ਕਰ ਲਿਆ। ਤੇ ਬਿਟੀਆ ਨੇ ਮੈਨੂੰ ਫੋਨ ਕੀਤਾ, ਕਹਿੰਦੇ ਪਿਤਾ ਸ਼੍ਰੀ ਵੀ ਉਹ ਇਸ ਤਰ੍ਹਾਂ ਕਹਿ ਰਹੇ ਨੇ ਵੀ ਬੱਚੇ ਨੂੰ ਦਸਤਾਰ ਦੇਣੀ ਹੈ। ਤੇ ਮੈਂ ਕਿਹਾ ਜੀ ਇਹ ਤੇ ਬੜਾ ਸੁਭਾਗ ਦਾ ਸਮਾਂ, ਸ਼ਾਇਦ ਇਹਨਾਂ ਨੂੰ ਵੀਜ਼ਾ ਨਹੀਂ ਸੀ ਮਿਲ ਰਿਹਾ ਪਾਕਿਸਤਾਨ ਦਾ, ਨਾ ਹੋ ਗਈ ਸੀ। ਤੇ ਲੇਕਿਨ ਫਿਰ ਇਹਨਾਂ ਨੇ ਰਿਕੁਐਸਟ ਕੀਤੀ, ਉਹ ਬੱਚਾ ਜਿਹੜਾ ਸੀ ਰੋਈ ਜਾਏ, ਕਹਿੰਦਾ ਵੀ ਮੈਂ ਤੇ ਪਾਕਿਸਤਾਨ ਜਾਣਾ, ਮੈਂ ਤੇ ਪਾਕਿਸਤਾਨ ਜਾਣਾ। ਤੇ ਇਹਨਾਂ ਨੇ ਡਾਇਰੈਕਟ ਐਮਬੈਸੀ ਵਿੱਚ ਫੋਨ ਕੀਤਾ, ਉਹਨਾਂ ਨੂੰ ਕਿਹਾ ਵੀ ਸਾਡਾ ਬੱਚਾ ਇਸ ਤਰ੍ਹਾਂ ਜਿੱਦ ਕਰਦਾ ਤੇ ਤੁਸੀਂ ਵੀਜ਼ਾ ਦੇ ਦਿਓ। ਤੇ ਉਸ ਆਫੀਸਰ ਦੇ ਮਨ ਵਿੱਚ ਵੀ ਦਇਆ ਆਈ, ਤੇ ਉਹਨੇ ਇਹਨਾਂ ਨੂੰ ਅਰਲੀ ਮਾਰਨਿੰਗ ਅਗਲੇ ਦਿਨ ਬੁਲਾ ਕੇ ਤੇ ਉਹ ਵੀਜ਼ੇ ਇਸ਼ੂ ਕੀਤੇ। ਤੇ ਇਹ ਫਿਰ ਇੱਥੋਂ ਪਾਕਿਸਤਾਨ ਗਏ, ਤੇ ਉਹ ਸਾਰਾ ਇਹਨਾਂ ਨੇ ਉੱਥੇ 5-4 ਦਿਨ ਰਹਿ ਕੇ ਪ੍ਰਚਾਰ ਕੀਤਾ। ਉਸ ਬੱਚੇ ਨੇ ਵੀ ਪ੍ਰਚਾਰ ਕੀਤਾ, ਤੇ ਉਹ ਸੰਗਤ ਇੰਨੀ ਪ੍ਰਭਾਵਿਤ ਹੋਈ ਵੀ ਉਹਨਾਂ ਨੇ ਬਾਬਾ ਥਾਰੀਆ ਸਿੰਘ ਜੀ ਦਾ ਜਿਹੜਾ ਉੱਤਰਾਧਿਕਾਰੀ ਹੈ, ਜਿਵੇਂ ਦਸਤਾਰਬੰਦੀ ਇੱਕ ਹੁੰਦੀ ਹੈ, ਉਹ ਉਸ ਛੋਟੇ ਜਿਹੇ ਬੱਚੇ ਨੂੰ, ਵੀਰ ਪ੍ਰਤਾਪ ਨੂੰ, ਉਹਨੂੰ ਕਰ ਦਿੱਤੀ। ਸੋ ਇਹ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਇਹ ਗੁਰੂ ਸਾਹਿਬ ਦੀ ਕਿਰਪਾ ਹੈ। ਮੈਂ ਸਮਝਦਾ ਬਸ ਦਾਸ ਨੇ ਤੇ ਆਪਣਾ ਫਰਜ਼ ਨਿਭਾਉਂਦੇ ਹੋਏ ਵੀ ਇਸ ਬੱਚੀ ਨੂੰ ਗੁਰਮਤ ਦੀ ਸਿੱਖਿਆ ਦਿੱਤੀ ਹੈ, ਇਤਿਹਾਸ ਦਾ ਜੋ ਸਾਡਾ ਫਲਸਫਾ ਹੈ ਉਹ ਸਮਝਾਇਆ ਹੈ। ਹਾਂਜੀ ਜੀ, ਜੇ ਆਪਾਂ ਗੱਲਬਾਤ ਕਰੀਏ ਇਸ ਵਕਤ, ਜਿਵੇਂ ਸਾਡੇ ਭੈਣ ਜੀ ਬੀਬੀ ਅਨੁਰਾਧਾ ਕੌਰ ਜੀ ਪਾਕਿਸਤਾਨ ਤੋਂ ਵੀ ਹੋ ਕੇ ਆਏ ਨੇ, ਹੁਣੇ ਸਿੱਖੀ ਦਾ ਪ੍ਰਚਾਰ ਸਿੰਧ ਇਲਾਕੇ ਦੇ ਵਿੱਚ ਕਰਕੇ ਆਏ ਨੇ, ਉਹ ਵੀ ਆਪਾਂ ਗੱਲਾਂ ਬਾਤਾਂ ਇਹਨਾਂ ਦੇ ਨਾਲ ਕਰਾਂਗੇ। ਮੈਂ ਸਭ ਤੋਂ ਪਹਿਲਾਂ ਅਨੁਰਾਧਾ ਕੌਰ ਜੀ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਿਹੜਾ ਉਹ ਤੁਸੀਂ ਪੜ੍ਹਾਈ ਕੀਤੀ ਜਾਂ ਕੀ ਸਿੱਖਿਆ, ਜਾਂ ਉਹਨਾਂ ਬਾਰੇ ਕੀ ਜਾਣਕਾਰੀ ਤੁਸੀਂ ਹਾਸਲ ਕੀਤੀ ਹੈ ਕਿ ਤੁਹਾਡਾ ਜਿਹੜਾ ਜੀਵਨ ਸੀਗਾ ਉਹ ਬਦਲ ਗਿਆ? ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? जी वीर जी, वो तो मेरे मन में जब मैंने पढ़ा कि औरंगजेब ने गुरु तेग बहादुर जी का शीश काटा, तो मेरे मन में ये आया कि हम औरंगजेब को पढ़ते हैं, क्योंकि आजकल आप देखते हैं मुगल एम्पायर का बहुत ज्यादा। गुरु तेग बहादुर जी को मैंने कभी नहीं पढ़ा, तो मैं इस बात को लेकर अपने घर में जाकर बताया। उन्होंने कहा कि सिखों की ये आदत तो मानवता के लिए दी है, तो आप सिखों का गुरु कैसे कह सकते हैं? तो मेरे मन में कुछ इच्छाएं थी जानने की, तो इन्हें बताया कि मैं अनुराधा कौर जी, मैं एक रिक्वेस्ट करनी चाहना, ਬੀਬੀ ਅਨੁਰਾਧਾ ਕੌਰ ਜੀ, ਇੱਕ ਰਿਕੁਐਸਟ ਕਰਨੀ ਚਾਹੁੰਦਾ ਤੁਹਾਨੂੰ ਕਿ ਤੁਹਾਡਾ ਜਿਹੜਾ ਇੰਟਰਨੈਟ ਹੈਗਾ ਉਹ ਥੋੜਾ ਜਿਹਾ ਵੀਕ ਹੈ। ਤੁਸੀਂ ਦੁਬਾਰਾ ਪਲੀਜ਼ ਕੱਟ ਕੇ ਨਾ ਲੌਗਇਨ ਦੁਬਾਰਾ ਹੋ ਜਾਓ, ਤੇ ਤਾਂ ਜੋ ਮੈਨੂੰ ਲੱਗਦਾ ਕਿ ਫਿਰ ਆਪਣਾ ਜਿਹੜਾ ਰਸਤਾ ਸਹੀ ਹੋ ਜਾਏਗਾ। ਤੇ ਉਹਨਾਂ ਚਲ ਮੈਂ ਗਿਆਨੀ ਤੇਜਪਾਲ ਸਿੰਘ ਜੀ ਉਹਨਾਂ ਦੇ ਵੱਲ ਜਾਣਾ। ਗਿਆਨੀ ਤੇਜਪਾਲ ਸਿੰਘ ਜੀ, ਜਿਵੇਂ ਆਪਾਂ ਗੱਲ ਕਰਦੇ ਹਾਂ ਜੀ ਸਨਾਤਨ ਧਰਮ ਦੇ ਵਿੱਚੋਂ ਇਸ ਬੱਚੀ ਨੇ ਸਿੱਖੀ ਜਿਹੜੀ ਉਹ ਗ੍ਰਹਿਣ ਕੀਤੀ ਆ, ਤੇ ਇਸ ਵੇਲੇ ਦੇਸ਼ ਵਿਦੇਸ਼ ਜਾ ਕੇ ਇਹ ਸਿੱਖੀ ਦਾ ਪ੍ਰਚਾਰ ਕਰ ਰਹੀ ਆ। ਤੁਸੀਂ ਵੇਖੋ ਕਿ
ਸਿੱਖੀ ਨਾਮ ਕੀ ਹੈ ਅਸਲ ਦੇ ਵਿੱਚ? ਕੋਈ ਵੇਸ ਦਾ ਜਾਂ ਭੇਸ ਦਾ ਜਾਂ ਭੁਲੇਖਿਆਂ ਦਾ ਜਾਂ ਭਰਮਾਂ ਦਾ ਜਾਂ ਵਹਿਮਾਂ ਦਾ ਨਾਮ ਸਿੱਖੀ ਨਹੀਂ ਹੈ। ਮਹਾਰਾਜ ਨੇ ਇਹ ਹਾਂਜੀ। ਇਜਾਜ਼ਤ ਨਹੀਂ ਦਿੱਤੀ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰ ਵਿਚਾਰ। ਗੁਰੂ ਹਾਂਜੀ ਦੀ ਵਿਚਾਰ ਹੈ। ਕਿਉਂਕਿ ਸ਼ਬਦ ਵਿਚਾਰ ਜਿਹੜੀ ਅਸਲ ਦੇ ਵਿੱਚ ਆਪਾਂ ਕਰਦੇ ਹਾਂ ਨਾ, ਸ਼ਬਦ ਵਿਚਾਰ, ਸਿੱਖੀ ਅਸਲ ਦੇ ਵਿੱਚ ਉਹੀ ਹੈ। ਮਹਾਰਾਜ ਜੀ ਨੇ ਹਾਂਜੀ ਕਿਹਾ ਨਾ, ਸਤਿਗੁਰਾਂ ਨੇ ਕਹਿੰਦੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਹਾਂਜੀ ਕਹੇ ਸੋਈ ਪ੍ਰਮਾਨੋ, ਹਰ ਹਰ ਕਥਾ ਨਿਰਾਲੀ। ਸਤਿਗੁਰਾਂ ਨੇ ਇਹ ਹਾਂਜੀ ਆਖਿਆ ਵੀ ਜੋ ਗੁਰੂ ਦੀ ਚਾਲੀ ਹੈ, ਮਰਿਆਦਾ ਆ, ਉਸ ਮਰਿਆਦਾ ਦੇ ਵਿੱਚ ਚੱਲਣ ਵਾਲਾ ਹੀ ਸਿੱਖ ਕਹਾ ਸਕਦਾ। ਨਾ ਕਿ ਇਹ ਡਿਪੈਂਡ ਨਹੀਂ ਕਰਦਾ ਕਿ ਉਹ ਕੌਣ ਹਿੰਦੂ ਹੈ ਜਾਂ ਕਿਸ ਹੋਰ ਧਰਮ ਦੇ ਨਾਲ ਬਿਲੋਂਗ ਕਰਦਾ। ਤੁਸੀਂ ਵੇਖੋ ਬੱਚੀ ਹਾਂਜੀ ਅਨੁਰਾਧਾ ਕੌਰ ਜੀ ਨੇ ਇਹਨੂੰ ਕੀ ਗੱਲਾਂ ਜਿਹੜੀਆਂ ਚੰਗੀਆਂ ਲੱਗੀਆਂ ਸਿੱਖ ਇਤਿਹਾਸ ਦੇ ਵਿੱਚੋਂ। ਸ੍ਰੀ ਗੁਰੂ ਤੇਗ ਹਾਂਜੀ ਬਹਾਦਰ ਸਾਹਿਬ ਦੀ ਕੁਰਬਾਨੀ ਇੱਕ ਲਾਸਾਨੀ ਕੁਰਬਾਨੀ ਹੈ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਇਤਿਹਾਸ ਗਵਾਹ ਹੈ ਕਿ ਉਸ ਵਕਤ ਔਰੰਗਜ਼ੇਬ ਜਿਹੜਾ ਉਹ ਜਬਰੀ ਜਿਹੜਾ ਧਰਮ ਉਹ ਤਬਦੀਲ ਕਰ ਰਿਹਾ ਸੀਗਾ। ਤੇ ਉਸ ਹਾਂਜੀ ਵਕਤ ਇੱਕ ਜਦੋਂ ਇਕੱਠ ਜਿਹੜਾ ਕਸ਼ਮੀਰ, ਜੰਮੂ ਕਸ਼ਮੀਰ ਦੇ ਇਲਾਕੇ ਦੇ ਵਿੱਚੋਂ ਆਇਆ ਤੇ ਕਸ਼ਮੀਰ ਦੇ ਇਲਾਕੇ ਚ ਉਹਨਾਂ ਨੇ ਆ ਕੇ ਮਹਾਰਾਜ ਅੱਗੇ ਬੇਨਤੀ ਕੀਤੀ ਵੀ ਆ ਸਾਡੇ ਤੇ ਮੰਦਿਰ ਵੀ ਢਾਏ ਜਾ ਰਹੇ ਆ ਤੇ ਹੁਣ ਅਸੀਂ ਕਰੀਏ ਕੀ। ਤੇ ਉਸ ਵਕਤ ਹਾਂਜੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਗੱਲ ਕਹਿ ਵੀ ਕੋਈ ਮਹਾਂਪੁਰਸ਼ ਜਿਹੜਾ ਕੁਰਬਾਨੀ ਦੇਵੇ ਤੇ ਫਿਰ ਇਹ ਠੱਲ ਪਾ ਸਕਦੀ ਹੈ। ਤੇ ਬਾਲ ਗੋਬਿੰਦ ਰਾਏ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਨੇੜੇ ਖੜੇ ਸਨ ਤੇ ਉਹਨਾਂ ਨੇ ਕਿਹਾ ਕਿ ਪਿਤਾ ਜੀ ਤੁਹਾਡੇ ਤੋਂ ਮਹਾਨ ਪ੍ਰਮਾਤਮਾ ਹੋਰ ਕੌਣ ਹੈ। ਤੁਸੀਂ ਵੇਖੋ ਇਸ ਗੱਲ ਦੇ ਉੱਤੇ ਕੁਰਬਾਨੀ ਦੇ ਦੇਣੀ ਵੀ ਜਾਓ ਕਹਿ ਦਿਓ ਹਾਂਜੀ ਔਰੰਗਜ਼ੇਬ ਨੂੰ ਕਿ ਜੇ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੂੰ ਉਹਨਾਂ ਦਾ ਧਰਮ ਬਦਲੀ ਕਰ ਲੈ ਤੇ ਅਸੀਂ ਸਾਰੇ ਧਰਮ ਬਦਲੀ ਕਰ ਲਵਾਂਗੇ। ਠੀਕ ਹੈ ਜੀ, ਇਤਿਹਾਸ ਹਾਂਜੀ ਜਿਹੜਾ ਬਹੁਤ ਪ੍ਰਭਾਵਸ਼ਾਲੀ ਇਤਿਹਾਸ ਹੈ। ਕੁਰਬਾਨੀ ਦੇਣੀ ਕੋਈ ਆਸਾਨ ਗੱਲ ਨਹੀਂ ਹੈ। ਕਿਸੇ ਦੇ ਵਾਸਤੇ ਹਾਂਜੀ ਕੁਰਬਾਨ ਹੋਣਾ ਕੋਈ ਸੌਖੀ ਗੱਲ ਨਹੀਂ। ਗਿਆਨੀ ਤੇਜਪਾਲ ਸਿੰਘ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਮੈਂ ਤੇ ਅਕਸਰ ਇਹ ਗੱਲ ਕਹਿੰਦਾ ਹੁੰਨਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਲਸਾਨੀ ਸ਼ਹਾਦਤ ਹੈ ਨਾ, ਜੀ ਵਿਸ਼ਵ ਦੇ ਵਿੱਚ ਇਕਲੌਤੀ ਐਸੀ ਸ਼ਹਾਦਤ ਹੈ, ਇਹਦਾ ਕੋਈ ਦੂਜਾ ਬਦਲ ਨਹੀਂ ਸਾਨੂੰ ਨਜ਼ਰ ਆਉਂਦਾ। ਤੇ ਸ਼ਾਇਦ ਨਾ ਤੇ ਕਿਸੇ ਪਿਛਲੇ ਯੁੱਗ ਦੇ ਵਿੱਚ ਵੀ ਕੋਈ ਇਹੋ ਜਿਹਾ ਸਾਨੂੰ ਕੋਈ ਉਦਾਹਰਣ ਨਜ਼ਰ ਆਉਂਦਾ ਹੈ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਕੋਈ ਉਦਾਹਰਣ ਸਾਨੂੰ ਨਜ਼ਰ ਆਵੇਗਾ। ਜੀ ਲੇਕਿਨ ਇਹ ਸਾਡੇ ਸਿੱਖ ਸਮਾਜ ਦੀ ਮੈਂ ਸਮਝਦਾ ਵੀ ਬਦਕਿਸਮਤੀ ਰਹੀ ਹੈ ਵੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਉਸ ਤਰੀਕੇ ਦੇ ਨਾਲ ਨਹੀਂ ਪ੍ਰਚਾਰ ਸਕੇ ਜਿਵੇਂ ਸਾਨੂੰ ਪ੍ਰਚਾਰਨਾ ਚਾਹੀਦਾ ਸੀ। ਅਗਰ ਅਸੀਂ ਉਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਦੇ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਚੱਲੇ ਹੁੰਦੇ ਤੇ ਅੱਜ ਸਿੱਖੀਜ਼ਮ ਜਿਹੜਾ ਹੈ ਉਹ ਸੰਸਾਰ ਦਾ ਪਹਿਲੇ ਨੰਬਰ ਦਾ ਧਰਮ ਹੋਣਾ ਸੀ। ਤੇ ਜਿਹੜੀਆਂ ਅੱਜ ਸੰਸਾਰ ਦੇ ਵਿੱਚ ਸਮੱਸਿਆਵਾਂ ਸਾਨੂੰ ਨਜ਼ਰ ਆ ਰਹੀਆਂ ਨੇ, ਜਿਹੜੀਆਂ ਅੱਜ ਚੁਣੌਤੀਆਂ ਮਨੁੱਖਤਾ ਦੇ ਸਾਹਮਣੇ ਖੜੀਆਂ ਨੇ, ਮਨੁੱਖਤਾ ਅੱਜ ਜੀ ਮਿਟਣ ਦੇ ਕਗਾਰ ਤੇ ਹੈ। ਤੇ ਮੈਂ ਜੀ ਸਮਝਦਾ ਜੀ ਵੀ ਅਗਰ ਅਸੀਂ ਆਪਣਾ ਫਰਜ਼ ਨਿਭਾਇਆ ਹੁੰਦਾ ਤੇ ਸ੍ਰਿਸ਼ਟੀ ਦਾ, ਸੰਸਾਰ ਦਾ ਜਿਹੜਾ ਸਵਰੂਪ ਹੈ ਉਹ ਕੁਝ ਹੋਰ ਹੋਣਾ ਸੀ। ਜੀ ਬਿਲਕੁਲ। ਮੈਂ ਜਾਵਾਂਗਾ ਬੀਬੀ ਅਨੁਰਾਧਾ ਕੌਰ ਜੀ, ਤੁਹਾਡੇ ਵੱਲ ਆਉਣਾ ਚਾਹੁੰਦਾ। ਜਿਵੇਂ ਗੱਲ ਕਰੀਏ ਕਿ ਸਿੱਖੀ ਦੀ, ਹੁਣ ਆਪਾਂ ਥੋੜਾ ਜਿਹਾ ਇਸ ਗੱਲ ਤੇ ਆਪਾਂ ਵਿਚਾਰ ਕਰੀਏ ਵੀ ਸਿੱਖੀ ਦਾ ਪ੍ਰਚਾਰ ਜਿਹੜਾ ਉਹ ਕਿੱਦਾਂ ਹੋ ਸਕਦਾ ਆ ਤੇ ਬੱਚੇ ਜਿਹੜੇ ਨੇ ਉਹਨਾਂ ਬੱਚਿਆਂ ਨੂੰ ਕਿਵੇਂ ਸਿੱਖੀ ਦੇ ਨਾਲ ਜੋੜਿਆ ਜਾ ਸਕਦਾ ਹੈ। ਅਨੁਰਾਧਾ ਕੌਰ ਜੀ ਕੀ ਕਹਿਣਾ ਚਾਹੋਗੇ? जी वीर, सिक्की के प्रचार की बात है तो सिक्की के प्रचार करोड़ों रुपए का खर्चा भी लग रहा है। बहुत बड़े तौर पर बहुत बड़ा धन जो है वो खर्च किया जा रहा है। प्रचार तो हो रहा है लेकिन प्रसार नहीं हो रहा। अगर कमी है तो वो प्रसार की है। आप देखिए कि पहले जो दादा थे वो पूर्ण गुरसिख, उसके बाद जो दूसरी पीढ़ी आई वो कराने लग गई, तीसरी पीढ़ी आई वो अपना नाता तोड़ लिया, उनको ही नहीं पता। यहाँ तक कि आज मैं देखती हूँ कि साहिबान के 10 गुरु साहिबान के नाम भी नहीं पता। तो आज सिक्का जो स्तर है वो कम होता जा रहा है, बहुत दुख की बात है। और अगर हम सिक्की के प्रसार की बात करें कि सिक्की का विस्तार कैसे हो सकता है, तो श्री गुरु नानक देव जी ने देखिए कि सभी जाति वर्ग के बीच में सिक्की का प्रसार की, और वो बाद में जो सिखों से लोग जुड़े, जो गुरु नानक देव जी की विचारधारा, वो बाद में साहिबा पूर्ण खालसा बने, गोविंद पंथ की सृजना की तो वो पूर्ण खालसा बने। तो आज अगर जो हमारी मुहिम है, जो पिताश्री ने मुझे जो ज्ञान दिया है, उसके हिसाब से अगर हम बात करें कि आज
जो सनातन से रहे हैं, श्री गुरु नानक देव जी के दिखाए हुए मार्ग पर हम कार्य कर रहे हैं कि किस तरीके से अगर कोई सनातन का एक व्यक्ति भी आज से जुड़ता है, वो 1% है। अगर उसका बेटा सिक्खी से प्रभावित होकर सिक्खी को जानता है तो वह 10% है, और अगर उसकी तीसरी पीढ़ी सिक्खी को अडॉप्ट करती है तो वह पूर्ण खालसा बनेगा। और देखना एक दिन की श्री गुरु गोविंद सिंह जी का जो वचन है 96 करोड़ी खालसा इस तरीके से बनाया जा सकता है। प्रचार हो रहा है लेकिन प्रसार नहीं हो रहा। आज श्री गुरु तेग बहादुर जी की कृपा से 1.5-2 साल हो गए, 2 साल के करीब हम प्रचार प्रसार कर रहे हैं। तो आज बड़ी-बड़ी सरकारें श्री गुरु तेग बहादुर जी का प्रकाश पर्व मना रही हैं। आज अवेयरनेस हो रही है लोगों में। सोशल भले ही हमारे पास इतने साधन नहीं है, पिताश्री आपको बता सकते हैं, पूरा विश्व ही जानता है कि मैंने अपनी वकालत इस प्रचार में आने के बाद छोड़ दी है। एक ऐशो आराम वाली जिंदगी, एक लग्जरी लाइफ जिसको कहते हैं, आप तो जानते ही हैं कि वकालत में एक लग्जरी लाइफ होती है। लेकिन जब श्री गुरु तेग बहादुर जी के बारे में मुझे पता चला तो मैंने सोचा कि ऐसी वकालत किस काम की, ऐसी धन दौलत किस काम की जो अपने गुरु साहिबान का नाम ही ना ले सके। लेकिन आज देखिए 7 पीढ़ियां भी श्री गुरु तेग बहादुर जी का कर्ज नहीं उतार सकती, लेकिन हम उनका नाम लेकर आज जरूर पूरा कर सकते हैं। तो मैंने इस प्रचार में आने के बाद जब मैं गुरबानी पढ़ती हूँ तो कहीं ना कहीं आप भी जानते हैं वकालत में झूठ सच का साथ देना पड़ता है। अगर मैं गुरबानी पढ़ानी से अलग नहीं हो सकती, श्री गुरु तेग बहादुर कृपा सदका मैं अपनी वकालत छोड़कर उनके प्रचार प्रसार में अपना पूरा जीवन लगा चुकी हूँ। जी मैं ਜਾਣਾ ਚਾਹਾਂਗਾ ਗਿਆਨੀ ਤੇਜਪਾਲ ਸਿੰਘ ਜੀ, ਤੁਹਾਡੇ ਵੱਲ ਜਾਣਾ ਚਾਹਾਂਗਾ ਕਿਉਂਕਿ ਇੰਟਰਨੈਟ ਦੀ ਕਮੀ ਦੇ ਕਾਰਨ ਕਰਕੇ ਅਸੀਂ ਪੂਰਾ ਉਹਨਾਂ ਦੀ ਗੱਲਬਾਤ ਜਿਹੜੀ ਉਹ ਸੁਣ ਨਹੀਂ ਪਾ ਰਹੇ। ਖੈਰ ਕੋਈ ਗੱਲ ਨਹੀਂ, ਤੁਸੀਂ ਦੁਬਾਰਾ ਲੌਗਇਨ ਹੋ ਸਕਦੇ ਹੋ, ਫੇਰ ਕੱਟ ਕੇ ਦੁਬਾਰਾ ਲੌਗਇਨ ਹੋ ਜਾਇਆ ਕਰੋ ਤੇ ਉਹਦੇ ਨਾਲ ਥੋੜਾ ਜਿਹਾ ਸੌਖਾ ਰਹੇਗਾ। ਗਿਆਨੀ ਤੇਜਪਾਲ ਸਿੰਘ ਜੀ, ਬੀਬੀ ਅਨੁਰਾਧਾ ਕੌਰ ਭਾਰਗਵ ਜੀ ਇਹ ਗੱਲ ਕਹਿ ਰਹੇ ਨੇ ਕਿ ਪ੍ਰਚਾਰ ਤੇ ਹੈ ਲੇਕਿਨ ਪ੍ਰਸਾਰ ਨਹੀਂ ਹੈ, ਤੁਸੀਂ ਇਸ ਗੱਲ ਨੂੰ ਕਿਸ ਤਰ੍ਹਾਂ ਲੈਂਦੇ ਹੋ? ਦੇਖੋ ਇਹ ਗੱਲ ਕਿਤੇ ਨਾ ਕਿਤੇ ਉਹਨਾਂ ਦੀ ਬੜੀ ਵਾਜਬ ਆ, ਕਿਉਂਕਿ ਪ੍ਰਸਾਰ ਜਿਹੜਾ ਹੈ ਉਹ ਜਦੋਂ ਹੋਇਆ ਸਿੱਖੀ ਦਾ ਤੇ ਕਿੱਥੇ ਹੋਇਆ, ਇਹ ਗੱਲ ਸਾਨੂੰ ਸਮਝਣੀ ਪਵੇਗੀ ਨਾ। ਅੱਜ ਜਿਹੜਾ ਸਾਡਾ ਪ੍ਰਚਾਰ ਹੋ ਰਿਹਾ ਹੈ ਉਹ ਕਿਸ ਦਾਇਰੇ ਦੇ ਵਿੱਚ ਹੋ ਰਿਹਾ ਹੈ। ਮੈਂ ਇਹਨਾਂ ਨੂੰ ਬੱਚੀ ਨੂੰ ਇਹੀ ਗੱਲ ਬਿਟੀਆ ਨੂੰ ਸਮਝਾਈ ਸੀ ਕਿ ਦੇਖੋ ਅੱਜ ਸਾਡਾ ਸਿੱਖ ਤੇ ਸਨਾਤਨ ਸਮਾਜ ਦਾ ਆਪਸ ਵਿੱਚ ਇੱਕ ਪਾੜ ਪੈ ਚੁੱਕਾ ਹੈ, ਇੱਕ ਦਰਾਰ ਪੈ ਚੁੱਕੀ ਹੈ ਜੀ। ਕਿਉਂ ਪਈ ਇਹ ਦਰਾਰ? ਕਿਉਂਕਿ ਸਿੱਖ ਤੇ ਸਨਾਤਨ ਦੇ ਦਰਮਿਆਨ ਜਿਹੜਾ ਮਨੂਵਾਦ ਹੈ ਨਾ, ਜਿਹੜਾ ਹਿੰਦੂਤਵ ਹੈ, ਜਿਹੜਾ RSS ਦਾ ਏਜੰਡਾ ਹੈ, ਉਹ ਸਿੱਖੀ ਨੂੰ ਤੇ ਸਨਾਤਨ ਨੂੰ ਵੱਖਰਾ ਕਰਦਾ ਹੈ ਤੇ ਉਸੇ ਨੂੰ ਸਾਨੂੰ ਸਮਝਣ ਦੀ ਲੋੜ ਹੈ। ਜਦੋਂ ਕਿ ਅਸੀਂ ਹਿੰਦੂਤਵ ਦਾ ਵਿਰੋਧ ਕੀਤਾ ਹੈ, ਗੁਰੂ ਨਾਨਕ ਸਾਹਿਬ ਜੀ ਨੇ ਮਨੂਵਾਦ ਦਾ ਵਿਰੋਧ ਕੀਤਾ, ਸਨਾਤਨ ਦਾ ਵਿਰੋਧ ਨਹੀਂ ਕੀਤਾ। ਸਨਾਤਨ ਦੇ ਜਿਹੜੇ ਦੇਵੀ ਦੇਵਤੇ ਨੇ, ਮਹਾਰਾਜ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਉਸ ਸਨਾਤਨ ਨੂੰ ਇੱਕ ਨਵਾਂ ਸਵਰੂਪ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ, ਜਿਹਨੂੰ ਆਪਾਂ ਸਿੱਖੀ ਕਹਿੰਦੇ ਆ ਜੀ। ਲੇਕਿਨ ਜਿਹੜਾ ਮਨੂਵਾਦ ਹੈ, ਜਿਹੜਾ ਮਨੂ ਸਿਮਰਤੀ ਹੈ, ਜਿਹੜੇ ਹਿੰਦੂਤਵ ਦਾ ਜਿਹੜਾ ਏਜੰਡਾ ਹੈ, ਉਹ ਵਰਨ ਵੰਡ ਦੇ ਉੱਤੇ ਟਿਕਿਆ ਹੋਇਆ, ਜਾਤੀਵਾਦ ਦੇ ਉੱਤੇ ਟਿਕਿਆ ਹੋਇਆ, ਊਚ ਨੀਚ ਦੇ ਉੱਤੇ ਟਿਕਿਆ ਹੋਇਆ। ਸੋ ਇਸ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਹੈ ਤੇ ਉਸੇ ਤਰੀਕੇ ਦੇ ਨਾਲ ਜਿੰਨਾ ਵੀ ਭਾਰਤੀ ਸਨਾਤਨੀ ਸਮਾਜ ਹੈ, ਇਹ ਸਿੱਖੀ ਦੇ ਵਾਸਤੇ ਇੱਕ ਰੋ ਮਟੀਰੀਅਲ ਹੈ। ਇੱਕ ਮਤਲਬ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਅਸੀਂ ਸਿੱਖੀ ਸਿਧਾਂਤ ਦੇ ਵਿੱਚ ਲੈ ਕੇ ਆਉਣਾ ਹੈ। ਇਹਨਾਂ ਨੇ ਸਿੱਖੀ ਦੇ ਵਿੱਚ ਹੀ ਆਉਣਾ ਹੈ। ਇਹਨਾਂ ਦਾ ਜਨਮ ਇਸੇ ਕਰਕੇ ਹੋਇਆ ਵੀ ਇਹਨਾਂ ਨੇ ਅੱਗੇ ਚੱਲ ਕੇ ਜਿਵੇਂ ਇੱਕ ਬੱਚਾ, ਤੁਸੀਂ ਇਸ ਤਰ੍ਹਾਂ ਸਮਝੋ ਵੀ ਇੱਕ ਬੱਚਾ ਸਕੂਲ ਵਿੱਚ ਨਹੀਂ ਦਾਖਲ ਹੋ ਰਿਹਾ ਤੇ ਸਰਕਾਰਾਂ ਹਕੂਮਤਾਂ ਜ਼ੋਰ ਲਾਉਂਦੀਆਂ ਨੇ ਵੀ ਸੰਸਾਰ ਦੇ ਵਿੱਚ ਜਾਂ ਸਮਾਜ ਦੇ ਵਿੱਚ ਬੱਚਿਆਂ ਨੂੰ ਵੱਧ ਤੋਂ ਵੱਧ ਸਕੂਲ ਵਿੱਚ ਲੈ ਕੇ ਆਇਆ ਜਾਏ, ਉਹਨਾਂ ਨੂੰ ਵਿੱਦਿਆ ਦਿੱਤੀ ਜਾਏ। ਤੇ ਇਸੇ ਤਰ੍ਹਾਂ ਹੀ ਇਹ ਸਾਡਾ ਸਾਰਿਆਂ ਦਾ ਸਿੱਖ ਸਮਾਜ ਦਾ ਮੁੱਢਲਾ ਫਰਜ਼ ਹੈ ਵੀ ਇਹ ਜਿਹੜੇ ਬੱਚੇ ਨੇ ਪ੍ਰਮਾਤਮਾ ਦੇ ਬੱਚੇ ਹੀ ਨੇ, ਇਹ ਸਨਾਤਨੀ ਜਿੰਨੇ ਵੀ ਨੇ। ਚਲੋ ਇੱਕ ਮਨੂਵਾਦ ਜਾਂ ਹਿੰਦੂਤਵ ਦਾ ਜਿਹੜਾ ਏਜੰਡਾ ਲੈ ਕੇ ਚੱਲਣ ਵਾਲੀਆਂ ਸੰਪਰਦਾਈ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ, ਜਿਵੇਂ ਔਰੰਗਜ਼ੇਬ ਦਾ ਇੱਕ ਆਪਣਾ ਤੁਅੱਸਬ ਦੀ ਵੱਖਰੀ ਨੀਤੀ ਸੀ ਹਨਾ, ਉਹ ਇੱਕ ਵੱਖਰਾ ਪਹਿਲੂ ਹੈ ਸਮਾਜਿਕ ਮਨੁੱਖਤਾ ਦਾ। ਲੇਕਿਨ ਉਹਦੇ ਤੋਂ ਅਲੱਗ ਜਿਹੜਾ ਜਿਵੇਂ ਇੱਕ ਸੂਫੀ, ਮੁਸਲਮਾਨਾਂ ਦੇ ਵਿੱਚ ਵੀ ਇੱਕ ਸੂਫੀ ਸਮਾਜ ਹੈ ਜਿਹੜਾ ਸਿੱਖੀ ਤੋਂ ਪ੍ਰਭਾਵਿਤ ਹੋਇਆ, ਜਿਨ੍ਹਾਂ ਨੇ ਸਿੱਖੀ ਗੁਣਾਂ ਨੂੰ ਮਤਲਬ ਤਰਜੀਹ ਦਿੱਤੀ, ਮਾਨਤਾ ਦਿੱਤੀ।
ਵੀ ਇਹ ਜਿਵੇਂ ਆਪਾਂ ਪੀਰ ਬੁੱਧੂ ਸ਼ਾਹ ਜੀ ਦੀ ਗੱਲ ਕਰੀਏ ਤੇ ਜਾਂ ਆਪਾਂ ਭੀਖਣ ਸ਼ਾਹ ਜੀ ਦੀ ਗੱਲ ਕਰੀਏ, ਸਾਈਂ ਮੀਆਂ ਮੀਰ ਜੀ ਦੀ ਗੱਲ ਕਰੀਏ, ਪੀਰ ਬਾਬਾ ਫਰੀਦ ਸਾਹਿਬ ਜੀ ਦੀ ਜਿਹੜੀ ਆਈਡੀਓਲੋਜੀ ਹੈ ਉਹ ਸਿੱਖੀ ਦੇ ਨਾਲ ਮੈਲ ਖਾਂਦੀ ਹੈ, ਤਾਂ ਹੀ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦੀ ਵਿਚਾਰਧਾਰਾ ਨੂੰ ਜਿਹੜੇ ਉਹ ਥਾਂ ਦਿੱਤੀ ਗਈ ਹੈ। ਸੋ ਇਸ ਤਰੀਕੇ ਦੇ ਨਾਲ ਸਾਡਾ ਮਤਲਬ ਜਿਹੜਾ ਇਸਲਾਮ ਮਤ ਹੈ ਇਹ ਸਿੱਖੀ ਦੇ ਪੈਰਲਲ ਚੱਲਦਾ ਹੈ, ਲੇਕਿਨ ਜਿਹੜਾ ਸਨਾਤਨ ਮਤ ਹੈ ਇਹ ਸਿੱਖੀ ਦੇ ਵਿੱਚ ਹੀ ਕਨਵਰਟ ਹੋਣਾ ਹੈ। ਇਹਨਾਂ ਨੂੰ ਅਸੀਂ ਸਾਡਾ ਵੱਡਾ ਜਿਹੜਾ ਸਿੱਖ ਸਮਾਜ ਹੈ ਸਨਾਤਨ ਚੋਂ ਹੀ ਆਇਆ, ਸਾਰੇ ਗੁਰੂ ਸਾਹਿਬਾਨ ਸਨਾਤਨ ਚੋਂ ਆਏ ਨੇ। ਚਾਹੇ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰੀਏ, ਚਾਹੇ ਗੁਰੂ ਅੰਗਦ ਦੇਵ ਜੀ ਦੀ ਗੱਲ ਕਰੀਏ, ਗੁਰੂ ਅਮਰਦਾਸ ਸਾਹਿਬ ਜੀ ਤੀਰਥ ਯਾਤਰਾ ਤੇ ਜਾਂਦੇ ਰਹੇ ਨੇ, ਦੇਵੀ ਪੂਜਨ ਸਾਰਾ ਕੁਝ ਤੁਹਾਨੂੰ ਪਤਾ ਹੈ, ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ। ਲੇਕਿਨ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਉਸ ਵਿਚਾਰਧਾਰਾ ਨੂੰ ਅਪਣਾਇਆ ਜੋ ਉਹ ਅਰਸ਼ ਤੋਂ, ਪ੍ਰਮਾਤਮਾ ਤੋਂ, ਜੋ ਰੱਬ ਨੇ ਉਹਨਾਂ ਨੂੰ ਉਹ ਆਈਡੀਓਲੋਜੀ ਦਿੱਤੀ, ਵਿਚਾਰਧਾਰਾ ਦਿੱਤੀ। ਸੋ ਉਸੇ ਤਰੀਕੇ ਦੇ ਨਾਲ ਹੀ ਸਾਨੂੰ ਵੀ ਆਪਣਾ ਜਿਹੜਾ ਪ੍ਰਸਾਰ ਹੈ ਉਹ ਇਸ ਸਮਾਜ ਨੂੰ ਸਿੱਖੀ ਦੇ ਦਾਇਰੇ ਵਿੱਚ ਲੈ ਕੇ ਆਉਣਾ, ਇੱਕ ਇਸ ਤਰ੍ਹਾਂ ਵੀ ਜਿਵੇਂ ਇੱਕ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲ ਕਰਾਉਣਾ ਜੀ ਇਸ ਸਮਾਜ ਨੂੰ। ਲੇਕਿਨ ਉਹ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਮਨੂਵਾਦੀ, ਜਿਹੜਾ ਬ੍ਰਾਹਮਣੀ ਕਰਮਕਾਂਡੀ ਸਮਾਜ ਹੈ, ਜਿਹੜਾ ਹਕੂਮਤ ਦੇ ਉੱਤੇ ਕਾਬਜ ਹੋਣਾ ਚਾਹੁੰਦਾ ਸੀ, ਜਿਨੇ ਜਦੋਂ ਮੁਗਲਾਂ ਦਾ ਸਮਾਂ ਸੀ, ਉਹ ਜਿਹੜਾ ਸਮਾਜ ਹੈ ਨਾ, ਜਿਹੜਾ ਅੱਜ ਭਾਰਤੀ ਸੱਤਾ ਦੇ ਵਿੱਚ ਕਾਬਜ ਹੈ, ਇਹਨਾਂ ਦੇ ਬਾਰੇ ਗੁਰੂ ਸਾਹਿਬ ਨੇ ਕਿਹਾ, ਗਊ ਬ੍ਰਾਹਮਣ ਕਉ ਕਰ ਲਾਵੋ ਗੋਬਰ ਤਰਨ ਨਾ ਜਾਈ। ਇਹਨਾਂ ਨੇ ਉਦੋਂ ਵੀ ਖੀਰਾਂ ਖਾਧੀਆਂ ਨੇ, ਮਾਲਪੂੜੇ ਇਹਨਾਂ ਨੇ ਉਦੋਂ ਵੀ ਖਾਧੇ ਨੇ। ਤੇ ਬ੍ਰਿਟਿਸ਼ ਜਦੋਂ ਰੂਲ ਸੀ ਉਦੋਂ ਵੀ ਸਾਵਰਕਰ ਵਰਗੇ ਜਿਹੜੇ ਇਹਨਾਂ ਦੇ ਤੁਹਾਨੂੰ ਪਤਾ ਪੈਰੋਕਾਰ ਸਨ, ਉਹ ਉਦੋਂ ਵੀ ਮੁਗਲ ਜਿਹੜੇ ਬ੍ਰਿਟਿਸ਼ ਦੇ ਉਹਨਾਂ ਦੇ ਪੈਰੋਕਾਰ, ਗਾਂਧੀ, ਨਹਿਰੂ ਵਰਗੇ ਜਿਹੜੇ ਨੇ ਚਾਟੂਕਾਰ ਹੀ ਰਹੇ ਨੇ ਜੀ। ਸੋ ਮੇਰਾ ਕਹਿਣ ਤੋਂ ਭਾਵ ਹੈ ਵੀ ਜਦੋਂ 1947 ਚ ਭਾਰਤ ਆਜ਼ਾਦ ਹੁੰਦਾ ਹੈ ਤੇ ਬੜੀ ਚਲਾਕੀ ਦੇ ਨਾਲ ਇਹਨਾਂ ਨੇ ਸੱਤਾ ਆਪਣੇ ਹੱਥ 'ਚ ਕਰ ਲਈ, ਸਿੱਖਾਂ ਨੂੰ ਵਰਗਲਾ ਕੇ, ਗੁੰਮਰਾਹ ਕਰਕੇ, ਝੂਠੇ ਵਾਅਦੇ ਕਰਕੇ, ਉਸ ਤਰੀਕੇ ਦੇ ਨਾਲ। ਲੇਕਿਨ ਇੱਕ ਬਹੁਤ ਵੱਡਾ ਇੱਕ ਸਨਾਤਨੀ ਸਮਾਜ ਜਿਹੜਾ ਹੈ ਜਿਹਦਾ ਇੱਕ ਉਦਾਹਰਣ ਹੈ ਬੀਬੀ ਅਨੁਰਾਧਾ, ਬੇਟੀ ਅਨੁਰਾਧਾ ਭਾਰਗਵ ਜੀ। ਸੋ ਇਸ ਤਰੀਕੇ ਦੇ ਨਾਲ ਅਸੀਂ ਅਗਰ ਸਨਾਤਨ ਨੂੰ ਇਹ ਗੱਲ ਕਹਿ ਸਕਦੇ, ਸਮਝਾ ਸਕਦੇ, ਤੇ ਹਰ ਸਨਾਤਨੀ ਜਿਹੜਾ ਹੈ ਉਹਨੇ ਗੁਰਸਿੱਖ ਹੋਣਾ ਸੀ ਤੇ ਅੱਗੇ ਚੱਲ ਕੇ ਉਹਨਾਂ ਦੇ ਸੰਤਾਨ ਜਿਹੜੀ ਉਹ ਖਾਲਸਾ ਹੋਣੀ ਹੈ ਜੀ। ਸੋ ਪ੍ਰਸਾਰ ਜਿਹੜਾ ਉਹ ਸਾਨੂੰ ਇਸ ਤਰੀਕੇ ਨਾਲ ਅਸੀਂ ਯੂਪੀ ਦੇ ਵਿੱਚ ਸਾਡੀ ਬਹੁਤ ਸਾਰੀਆਂ ਸੰਗਤਾਂ ਦੇ ਨਾਲ ਗੱਲ ਹੁੰਦੀ ਹੈ, ਉਹ ਸਾਨੂੰ ਕਹਿੰਦੇ ਨੇ ਵੀ ਤੁਸੀਂ ਇੱਥੇ ਕੋਈ ਪ੍ਰਸਾਰ ਦਾ ਜਿਹੜਾ ਆਪਣਾ ਵਸੀਲਾ ਕਰੋ। ਬਹੁਤ ਸਾਰਾ ਜਾਟ ਸਮਾਜ ਹੈ, ਬਹੁਤ ਸਾਰਾ ਜਿਹੜਾ ਸਨਾਤਨੀ ਸਮਾਜ ਹੈ ਉਹ ਸਿੱਖੀ ਦੇ ਖਾਸ ਕਰ ਜਦੋਂ ਦਾ ਕਿਸਾਨ ਅੰਦੋਲਨ ਹੋਇਆ ਤੇ ਇਸ ਸਿੱਖੀ ਸਵਰੂਪ ਦਾ, ਕਿਉਂਕਿ ਹਕੂਮਤਾਂ ਨੇ ਸਿੱਖੀ ਨੂੰ ਹਮੇਸ਼ਾ ਹੀ ਗਲਤ ਤਰੀਕੇ ਦੇ ਨਾਲ ਪ੍ਰਸਾਰਿਆ, ਲੇਕਿਨ ਕਿਸਾਨ ਅੰਦੋਲਨ ਦਾ ਇੱਕ ਬਹੁਤ ਵੱਡਾ ਰੋਲ ਰਿਹਾ ਇਹਦੇ ਚ। ਤੇਜਪਾਲ ਸਿੰਘ ਜੀ, ਮੈਂ ਇਧਰਲੇ ਪਾਸੇ ਫੇਰ ਆਵਾਂਗਾ, ਮੈਂ ਸਾਡੀ ਭੈਣ ਜੀ ਉਹਨਾਂ ਦੇ ਵੱਲ ਜਾਣਾ ਚਾਹੁੰਦਾ ਵਾਂ। ਅਨੁਰਾਧਾ ਕੌਰ ਜੀ, ਮੈਂ ਤੁਹਾਡੇ ਵੱਲ ਆਉਣਾ ਚਾਹੁੰਦਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਮੈਂ ਪਵਿੱਤਰ ਬਾਣੀ ਤੁਹਾਡੇ ਨਾਲ ਸਾਂਝੀ ਕਰ ਲਵਾਂ, ਉਹ ਹੈ ਜੀ, ਮਾਨਸ ਖਾਣੇ ਕਰੇ ਨਿਵਾਜ, ਸ਼੍ਰੀ ਬਗਾਇਨ ਤਿੰਨ ਗਲ ਤਾਗ, ਤਿੰਨ ਕਰ ਬ੍ਰਾਹਮਣ ਪੂਰੇ ਨਾਦ, ਉਹਨਾਂ ਵੀ ਆਵੇ ਕੋਈ ਸਾਧ। ਅੱਗੇ ਸੁਣਿਓ ਜੀ, ਗੁਰਬਾਣੀ ਦੇਖੋ ਕੈਸਾ ਗੁਰੂ ਨਾਨਕ ਦੇਵ ਮਹਾਰਾਜ ਦੀ ਭੁਲੇਖਾ ਕਰਦੇ ਨੇ। ਕਹਿੰਦੇ ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਫਿਰ ਮੱਥੇ ਟਿੱਕਾ ਢੇੜ ਤੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਅਰਥ ਦੇ ਅਨੁਰਾਧਾ ਕੌਰ ਜੀ ਬਿਲਕੁਲ ਸਪਸ਼ਟ ਹੋ ਰਿਹਾ ਹੈ ਇਸ ਚੀਜ਼ ਦੇ ਕੀ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ। ਬਾਣੀ ਵਿੱਚ ਦਰਜ ਹੈ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕਹਿੰਦੇ ਮੱਥੇ ਟਿੱਕਾ ਢੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਅੱਗੇ ਗੱਲ ਮਹਾਰਾਜ ਨੇ ਕਿਹਾ, ਨੀਲ ਬਸਤਰ ਪਹਿਰ ਹੋਵੇ ਪ੍ਰਵਾਨ। ਸਤਿਗੁਰੂ ਜੀ ਕਹਿੰਦੇ ਮਲੇਸ਼ ਧਾਨ ਲੈ ਪੂਜੇ ਪੁਰਾਣ। ਅਗਲੀ ਗੱਲ ਬੜੀ ਸੁੰਦਰ ਆਖੀ, ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਫਿਰ ਕਹਿੰਦੇ ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ, ਮੱਤ ਪਿੱਟਿਆ ਵੇ ਮੱਤ ਪਿਟਿਆ ਸਾਡਾ ਫਿੱਟਾ। ਹੁਣ ਜੇ ਇਸ ਗੱਲ ਦੇ ਆਪਾਂ ਪਿੱਛੇ ਜਾਈਏ ਤੇ ਅਨੁਰਾਧਾ ਕੌਰ ਜੀ, ਤੁਸੀਂ ਇੱਕ ਸਨਾਤਨ ਧਰਮ ਦੇ ਵਿੱਚੋਂ ਆਏ ਹੋ ਤੇ ਤੁਸੀਂ ਹੋਰ ਵੀ ਆਪਣੇ ਭੈਣ ਭਰਾਵਾਂ ਨੂੰ ਇਹ ਗੁਰਬਾਣੀ ਦੇ ਮੁਤਾਬਕ ਜੋ ਗੁਰੂ ਨਾਨਕ ਦੇਵ ਜੀ ਉਪਦੇਸ਼ ਕਰ ਰਹੇ ਨੇ, ਕੀ ਸਮਝਾਉਣਾ ਚਾਹੋਗੇ, ਜਾਂ ਕਿਸ ਤਰ੍ਹਾਂ ਤੁਸੀਂ ਆਪਣੇ ਤਰੀਕੇ ਦੇ ਨਾਲ ਇਹ ਸਿੱਖੀ ਦਾ ਪ੍ਰਚਾਰ ਜਿਹੜਾ ਹੈਗਾ ਤੇ ਪਸਾਰ ਜਿਹੜਾ ਹੈਗਾ, ਇਹਨੂੰ ਤੁਸੀਂ ਆਪਣੇ तरीके से किस तरह करना चाहोगे जी? देखिए वीर जी, जिस तरीके से पिताश्री जी ने बताया कि गुरु साहिबान जो हैं उनका प्रचार प्रसार कैसे हो सकता है, आप ये देखिए कि जो सनातन है, सनातन का अर्थ है शाश्वत, और शाश्वत कौन है कलयुग में? वो गुरु नानक देव जी हैं।
त्रेता में श्री राम आए, द्वापर में श्री कृष्ण आए और कलयुग में श्री गुरु नानक देव जी हमारे अवतार हैं, क्योंकि वेदी वंश में उन्होंने जन्म लिया। अब आप ये देखिए कि सनातन को इस बात को समझना चाहिए कि अगर हम त्रेता में श्री राम जी की पूजा करते हैं तो आज कलयुग में गुरु नानक देव जी के दिखाए हुए मार्ग पर चलना चाहिए, जहां पर जाति पाति भेदभाव का कोई भी सवाल नहीं है, जहां पर किसी के साथ भेदभाव नहीं होता। तो श्री गुरु नानक देव जी की जो आइडियोलॉजी है, उनकी जो विचारधारा है, अगर पूरे विश्व में भी इस विचारधारा पर हर व्यक्ति चलने लगे तो देश से जाति पाति भेदभाव सब कुछ मिट जाएगा और एक जो एक अनुभूत सी शांति होती है वो पूरे विश्व में हो सकती है, क्योंकि गुरु नानक देव जी ने जो बात जो एक आइडियोलॉजी हमें समझाई, उस पर चलकर पूरा विश्व अपने जीवन को सफल बना सकता है। और प्रचार प्रसार देखिए कि हम श्री गुरु नानक देव जी के मार्ग पर ही चलकर आज सिक्खी का प्रचार प्रसार कर रहे हैं, वो चाहे कोई भी जाति हो धर्म हो, हम उनमें जाकर प्रचार करते हैं। जी मैं ਜਾਣਾ ਚਾਹਾਂਗਾ ਗਿਆਨ ਤੇਜਪਾਲ ਸਿੰਘ ਜੀ ਤੁਹਾਡੇ ਵੱਲ ਆਈਡੀਓਲੋਜੀ ਦੀ ਗੱਲ ਕਰ ਰਹੇ ਨੇ ਤੇ ਦੂਸਰੇ ਪਾਸੇ ਮੈਂ ਗੱਲ ਕਰਾਂ ਇੱਕ ਪ੍ਰਿੰਸੀਪਲ ਜਿਹੜਾ ਹੈਗਾ ਗੁਰਬਾਣੀ ਦਾ ਜੋ ਸਿਧਾਂਤ ਕੀ ਹੈ। ਹੁਣ ਕੋਈ ਵੀ ਬੰਦਾ ਬਾਣੀ ਪੜ੍ਹ ਕੇ ਉਹਦਾ ਜੀਵਨ ਬਦਲੀ ਹੋ ਜਾਂਦਾ, ਇਹ ਕਿਸੇ ਦੇ ਉੱਤੇ ਧਰਮ ਬਦਲੀ ਕਰਨ ਵਾਸਤੇ ਗੁਰਬਾਣੀ ਕਦੇ ਵੀ ਨਹੀਂ ਇਹ ਗੱਲ ਕਹਿੰਦੀ। ਗੁਰਬਾਣੀ ਨੂੰ ਪੜ੍ਹਨ ਵਾਲਾ ਬੰਦਾ ਜਿਹੜਾ ਨਾ, ਗੁਰਬਾਣੀ ਉਹਨੂੰ ਬਦਲ ਦਿੰਦੀ ਹੈ। ਦੇਖੋ ਗੁਰਬਾਣੀ ਕੈਸੀ ਹੈ, ਗੁਰੂ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ। ਜੇ ਮੈਂ ਇੱਥੇ ਗੱਲ ਕਰਾਂ ਤੇ ਇੱਥੇ ਭਗਤ ਸਾਹਿਬਾਨਾ ਜੀ ਦੀ ਵੀ ਬਾਣੀ ਹੈ, ਉਹਨੂੰ ਵੀ ਸਤਿਕਾਰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਤੇ ਬਾਣੀ ਨੂੰ ਜਿਹੜਾ ਪੜ੍ਹਦਾ ਆ ਉਹ ਆਪਣੇ ਆਪ ਬਦਲੀ ਹੁੰਦਾ ਵਾ, ਬਾਣੀ ਨੂੰ ਪੜ੍ਹ ਕੇ, ਗੁਰਬਾਣੀ ਨੂੰ ਪੜ੍ਹ ਕੇ। ਗਿਆਨ ਤੇਜਪਾਲ ਸਿੰਘ ਜੀ ਤੁਸੀਂ ਵਿਦੇਸ਼ ਵਿੱਚ ਰਹਿੰਦੇ ਹੋ, ਤੁਸੀਂ ਅਮਰੀਕਾ ਵਰਗੇ ਫਾਰਵਰਡ ਮੁਲਕ ਜਿਹੜੇ ਨੇ ਉਹਨਾਂ ਵਿੱਚ ਰਹਿ ਰਹੇ ਹੋ, ਇਸ ਗੱਲ ਨੂੰ ਸਮਝਾਉਣ ਵਾਸਤੇ ਜਾਂ ਪ੍ਰਸਾਰ ਕਰਨ ਵਾਸਤੇ ਤੁਸੀਂ ਕਿਹੜੇ ਤਰੀਕੇ ਬਣਾ ਸਕਦੇ ਹੋ, ਜਾਂ ਕਿਹੜੀਆਂ ਉਦਾਹਰਨਾਂ ਦੇ ਸਕਦੇ ਹੋ, ਜਾਂ ਕਿਹੜੇ ਯਤਨ ਕੀਤੇ ਜਾਣ ਕਿ ਸਿੱਖੀ ਦਾ ਪ੍ਰਚਾਰ ਜਿਹੜਾ ਉਹ ਅੱਗੇ ਹੋਰ ਵੱਧ ਸਕੇ? ਕੀ ਕਹਿਣਾ ਚਾਹੋਗੇ? ਦੇਖੋ ਮੈਂ ਇਹੀ ਕਹਾਂਗਾ ਕਿ ਸਿੱਖ ਸਮਾਜ ਦੇ ਕੋਲ ਅੱਜ ਸਾਧਨ ਦੀ ਕਮੀ ਨਹੀਂ ਹੈ, ਸਰਮਾਏ ਦੀ ਕਮੀ ਨਹੀਂ ਹੈ, ਸਿਰਫ ਇੱਕ ਨੀਤੀ ਦੀ ਕਮੀ ਹੈ, ਯੋਜਨਾ ਦੀ ਕਮੀ ਹੈ। ਅੱਜ ਸਾਡਾ ਜਿਹੜਾ ਸਿੱਖ ਸਮਾਜ ਹੈ, ਦੁਖਾਂਤ ਹੈ ਸਾਡੇ ਸਿੱਖ ਸਮਾਜ ਦਾ ਕਿ ਸਾਡਾ ਜਿਹੜਾ ਪ੍ਰਚਾਰਕ ਵਰਗ ਹੈ, ਜਿਹਨੇ ਪ੍ਰਸਾਰ ਕਰਾਣਾ ਸਿੱਖੀ ਦਾ, ਗੁਰਮਤ ਦਾ, ਹਨਾ। ਤੁਸੀਂ ਦੇਖੋ ਵੀ ਮੈਂ ਵੀ ਅੱਜ ਇੱਥੇ ਅਮਰੀਕਾ ਵਿੱਚ ਬੈਠਾ ਹੋਇਆ ਤੇ ਇੱਥੋਂ ਦੀ ਜਿਹੜਾ ਮਾਹੌਲ ਹੈ ਉਹ ਕੀ ਹੈ, ਜਿਹੜੀ ਮਤਲਬ ਜਿਵੇਂ ਮੈਂ ਕੁਝ ਹੋਰ ਸੋਚ ਕੇ ਇਸ ਪਾਸੇ ਨੂੰ ਆਇਆ ਸੀ, ਲੇਕਿਨ ਜਿਉਂ-ਜਿਉਂ ਸਫ਼ਰ ਲੰਬਾ ਹੁੰਦਾ ਗਿਆ ਤੇ ਕੁਝ ਹੋਰ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਗਈਆਂ। ਜਿਵੇਂ ਕਿ ਅਸੀਂ ਅੱਜ ਦੇਖਦੇ ਹਾਂ ਵੀ ਸਾਡਾ ਪ੍ਰਚਾਰਕ ਵਰਗ ਜਿਹੜਾ ਵੀ ਜਿੱਥੇ ਵੀ ਕਿਸੇ ਵੀ ਕੰਟਰੀ 'ਚ ਅਗਰ ਜਾਂਦਾ ਹੈ ਤੇ ਉਹਦੀ ਪਹਿਲਾਂ ਕੋਸ਼ਿਸ਼ ਹੁੰਦੀ ਹੈ ਵੀ ਮੈਂ ਇੱਥੋਂ ਦੀ ਨਾਗਰਿਕਤਾ ਲੈ ਲਵਾਂ। ਨਾਗਰਿਕਤਾ ਲੈਣ ਤੋਂ ਬਾਅਦ ਫਿਰ ਉਹ ਸੋਚਦਾ ਵੀ ਹੁਣ ਮੇਰੇ ਤੋਂ ਇੱਕ ਸਿੱਖੀ ਪ੍ਰਚਾਰ ਪ੍ਰਸਾਰ ਦਾ ਜਿਹੜਾ ਬੀੜਾ ਹੈ ਨਹੀਂ ਚੁੱਕਿਆ ਜਾਣਾ, ਤੇ ਉਹ ਫਿਰ ਜਾਂ ਤੇ ਟਰੱਕ ਡਰਾਈਵਰ ਬਣ ਜਾਂਦੇ ਨੇ, ਜਾਂ ਟੈਕਸੀਆਂ ਪਾ ਲੈਂਦੇ ਨੇ, ਜਾਂ ਪੀਜ਼ਾ ਹੱਟ ਖੋਲ ਲੈਂਦੇ ਨੇ, ਜਾਂ ਰੈਸਟੋਰੈਂਟ ਗਰੋਸਰੀ ਸਟੋਰ। ਤੇ ਮਤਲਬ ਇਹ ਸਾਡੀ ਸਿੱਖੀ ਇਸ ਤਰੀਕੇ ਨਾਲ ਅਸੀਂ ਬਹੁਤ ਵੱਡੇ ਘਾਟੇ ਦੇ ਵਿੱਚ ਜਾ ਰਹੇ ਹਾਂ। ਇਹ ਸਾਡੇ ਸਮਾਜ ਨੂੰ ਸਭ ਤੋਂ ਪਹਿਲਾਂ ਤੇ ਸਾਡੀਆਂ ਜਿਹੜੀਆਂ ਸਰਮਾਏਦਾਰ ਪ੍ਰਬੰਧਕ ਕਮੇਟੀਆਂ ਨੇ ਨਾ ਸਾਡੀਆਂ, ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਮੈਂ ਸਮਝਦਾ ਵੀ ਇੱਕ ਪ੍ਰਚਾਰਕ ਦੀ ਮੌਤ ਇੱਕ 20 ਸਾਲਾਂ ਦੇ ਵਿੱਚ ਇੱਕ ਪ੍ਰਚਾਰਕ ਦੀ ਮੌਤ ਹੋ ਰਹੀ ਹੈ। ਕਿਸੇ ਵੀ ਪ੍ਰਚਾਰਕ ਦਾ ਜਿਹੜਾ ਸਫ਼ਰ ਹੈ ਨਾ, ਬਹੁਤ ਗਿਣਤੀ ਦੇ ਵਿੱਚ ਤੁਸੀਂ ਅਗਰ ਇਹਦਾ ਡਾਟਾ ਕੱਢ ਕੇ ਦੇਖੋ ਤੇ 20 ਸਾਲ ਦੇ ਵਿੱਚ ਇੱਕ ਪ੍ਰਚਾਰਕ ਦੀ ਮੌਤ ਹੋ ਜਾਂਦੀ ਹੈ। ਉਹ ਬਾਅਦ ਵਿੱਚ 20 ਸਾਲ ਬਾਅਦ ਉਹ ਫੌਰਨ ਦੇ ਵਿੱਚ ਪੱਕਾ ਹੋ ਕੇ ਤੇ ਤੁਹਾਨੂੰ ਕਿਸੇ ਹੋਰ ਰਸਤੇ ਦੇ ਉੱਤੇ ਨਜ਼ਰ ਆਉਂਦਾ ਹੈ, ਜਦੋਂ ਕਿ 20 ਸਾਲ ਤੱਕ ਹੀ 20 ਸਾਲ ਬਾਅਦ ਹੀ ਇੱਕ ਪ੍ਰਚਾਰਕ ਨੂੰ ਚੰਗੀ ਤਰ੍ਹਾਂ ਗੁਰਮਤ ਸਿਧਾਂਤ ਦੀ ਸਮਝ ਆਉਂਦੀ ਹੈ ਤੇ ਉਹ ਅਸਲ ਦੇ ਵਿੱਚ ਗੁਰਮਤ ਪ੍ਰਚਾਰ ਕਰਨ ਦਾ ਯੋਗ ਬਣਦਾ ਉਸ ਚੀਜ਼ ਦੇ, ਕਿਉਂਕਿ 20 ਸਾਲਾਂ ਤੱਕ ਜੋ ਗਿਆਨ ਤੇਜਪਾਲ ਸਿੰਘ ਜੀ, ਮੈਂ ਤੁਹਾਨੂੰ ਰੁਕਣਾ ਚਾਹੁੰਦਾ। ਸ਼੍ਰੋਮਣੀ ਕਮੇਟੀ ਦੇ ਪਾਸ ਕਿੰਨੇ ਪ੍ਰਚਾਰਕ ਨੇ? ਕਿ ਉਹਨਾਂ ਪ੍ਰਚਾਰਕਾਂ ਦੇ ਵਿੱਚੋਂ ਅੱਜ ਕੋਈ ਪ੍ਰਚਾਰਕ ਪ੍ਰਚਾਰ ਕਰਨਾ ਛੱਡ ਕੇ ਤੇ ਕਿਸੇ ਹੋਰ ਪਾਸੇ ਵੱਲ ਗਿਆ, ਜਾਂ ਕਿ ਉਹ ਉੱਥੇ ਟਿਕੇ ਰਹਿੰਦੇ ਨੇ? ਦੂਸਰੀ ਗੱਲ ਕਿ ਪ੍ਰਚਾਰ ਕਰਨਾ ਜਿਹੜਾ ਉਹ ਪ੍ਰਚਾਰ ਕਰਨਾ ਉਹਨਾਂ ਦਾ ਇੱਕ ਹੱਕ ਹੈ, ਜਾਂ ਕਿ ਇਸ ਨੂੰ ਕਿਰਤ ਦੇ ਤੌਰ ਤੇ ਜਾਂ ਇਹਦਾ ਸਹਾਰਾ ਲੈ ਕੇ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਕਿ ਪੱਕੇ ਹੋ ਕੇ ਤੇ ਛੱਡ ਜਾਂਦੇ ਨੇ?
ਕਿ ਹਾਂਜੀ ਇਹਦੇ ਵਿੱਚ ਕੀ ਕਾਰਨ ਹੈ, ਕੀ ਇਹਦੇ ਵਿੱਚ ਕਮੀਆਂ ਨੇ, ਪ੍ਰਚਾਰਕ ਜਿਹੜੇ ਨੇ ਕਿਉਂ ਇਸ ਤਰ੍ਹਾਂ ਕਰਦੇ ਨੇ? ਇਹ ਦੋ ਸਵਾਲਾਂ ਦਾ ਜਵਾਬ ਜਿਹੜਾ ਉਹ ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਦਿਓ। ਵੇਖੋ, ਜੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਦੀ ਗੱਲ ਕਰੀਏ ਤੇ ਪਹਿਲਾ ਉਦਾਹਰਣ ਤੇ ਮੈਂ ਆਪਣਾ ਹੀ ਦਿਆਂਗਾ। ਮੈਂ ਸ਼੍ਰੋਮਣੀ ਕਮੇਟੀ ਦੇ ਵਿੱਚ ਬੜੀ ਇੱਛਾਵਾਂ ਤੇ ਬੜੀ ਭਾਵਨਾ ਦੇ ਨਾਲ ਦਾਖਲ ਹੋਇਆ ਸੀ ਕਿ ਇਹ ਬਹੁਤ ਵੱਡੀ ਸੰਸਥਾ ਹੈ ਤੇ ਮੈਂ ਆਪਣੀ ਕੌਮ ਵਾਸਤੇ ਸ਼ਾਇਦ ਕੁਝ ਚੰਗਾ ਕਰ ਸਕਾਂ। ਲੇਕਿਨ ਮੈਂ ਦੱਸਣਾ ਚਾਹਾਂਗਾ ਕਿ ਸਿਰਫ 4 ਸਾਲ ਹੀ ਮੈਂ ਸੇਵਾ ਨਿਭਾ ਪਾਇਆ। ਉਹ ਇਸ ਕਰਕੇ ਕਿਉਂਕਿ ਜਿਹੜੇ ਤਿਰਸਕਾਰ ਹੈ ਤੇ ਜਿਹੜਾ ਇੱਕ ਮਤਲਬ ਕਿ ਬਣਦਾ ਮਾਣ ਸਤਿਕਾਰ ਹੈ, ਉਹ ਤੁਹਾਨੂੰ ਜਦੋਂ ਨਹੀਂ ਪ੍ਰਾਪਤ ਹੁੰਦਾ, ਤੁਹਾਨੂੰ ਤੁਹਾਡੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਨੇ ਤੁਸੀਂ ਉੱਥੋਂ ਨਹੀਂ ਪੂਰੀਆਂ ਕਰ ਸਕਦੇ, ਤਾਂ ਫਿਰ ਮੈਂ ਸਮਝਦਾ ਵੀ ਉਹਦੇ ਨਾਲ ਜੁੜੇ ਰਹਿਣਾ ਕਿਤੇ ਨਾ ਕਿਤੇ ਆਪਣੇ ਆਪ ਨੂੰ ਹਰ ਰੋਜ਼ ਮਾਰਨ ਵਾਲੀ ਗੱਲ ਹੋ ਜਾਂਦੀ ਹੈ। ਹੋਰ ਕਿੰਨੇ ਪ੍ਰਚਾਰਕ ਨੇ ਮੈਂ ਇੱਥੇ ਤੁਹਾਨੂੰ ਗਿਣਾ ਸਕਦਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਅੱਜ ਇੱਥੇ ਅਮਰੀਕਾ ਦੇ ਵਿੱਚ, ਇਕੱਲੇ ਅਮਰੀਕਾ ਦੇ ਵਿੱਚ ਕਿੰਨੇ ਨੇ ਜਿਹੜੇ ਹੁਣ ਆਪਣਾ ਕੰਮ ਛੱਡ ਕੇ ਤੇ ਆਪਣੇ ਕੰਮ ਦੂਜਰੇ ਕੰਮ ਜਿਹੜੇ ਨੇ ਉਹਨਾਂ ਨੇ ਫੜੇ ਹੋਏ ਨੇ। ਸੋ ਕਿਤੇ ਨਾ ਕਿਤੇ ਦੇਖੋ, ਜਿਹੜਾ ਮਾਇਆ ਹੈ ਉਹ ਗੁਜਰਾਨ ਹੈ ਤੇ ਮਾਇਆ ਤੋਂ ਬਿਨਾ ਗੁਜ਼ਾਰਾ ਨਹੀਂ ਹੁੰਦਾ। ਗੁਜ਼ਾਰਾ ਕਰਨ ਵਾਸਤੇ ਸਾਨੂੰ ਧਨ ਦੀ ਜ਼ਰੂਰਤ ਹੈ। ਜੇ ਮੈਂ ਕੋਈ ਥੋੜਾ ਜਿਹਾ ਗਿਆਨੀ ਤੇਜਪਾਲ ਸਿੰਘ ਜੀ, ਮੈਂ ਥੋੜਾ ਜਿਹਾ ਬੀਬੀ ਅਨੁਰਾਧਾ ਕੌਰ ਜੀ ਉਹਨਾਂ ਦੇ ਕੋਲੋਂ ਪੁੱਛਣਾ ਚਾਹੁੰਦਾ। ਉਹ ਹਾਂਜੀ ਇੱਕ ਵਕਾਲਤ ਛੱਡ ਕੇ, ਇੱਕ ਵਕੀਲ ਜਿਹੜਾ ਸੀਗਾ ਉਹ ਛੱਡ ਕੇ ਇੱਕ ਲਗਜ਼ਰੀ ਲਾਈਫ ਉਹ ਜੀ ਸਕਦੇ ਸੀਗੇ ਜਦੋਂ ਕਿ ਉਹਨਾਂ ਨੇ ਛੱਡ ਦਿੱਤਾ, ਔਰ ਉਹਨਾਂ ਨੇ ਛੱਡ ਕੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਉਹ ਇੱਧਰ ਪ੍ਰਚਾਰ ਕਰਨ ਲੱਗੇ ਨੇ ਤੇ ਬਿਲਕੁਲ ਸਿੱਖੀ ਸਰੂਪ ਦੇ ਵਿੱਚ ਆ ਗਏ ਨੇ। ਬੀਬੀ ਹਾਂਜੀ ਅਨੁਰਾਧਾ ਕੌਰ ਜੀ, ਕੀ ਤੁਸੀਂ ਇਸ ਨੂੰ ਪ੍ਰਚਾਰ ਨੂੰ ਇੱਕ ਪੇਸ਼ਾ ਬਣਾਇਆ ਹੈ ਜਾਂ ਕਿ ਤੁਸੀਂ ਪੇਸ਼ਾ ਕਿਸੇ ਹੋਰ ਪਾਸੇ ਕਰਦੇ ਹੋ? ਕੋਈ ਨੌਕਰੀ ਜਾਂ ਕੋਈ ਆਪਣਾ ਮਿਹਨਤ ਕਿਰਤ ਕਰਨੀ, ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਦੱਸਿਆ ਵੀ ਆਪਾਂ ਕਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ, ਗੁਰੂ ਨਾਨਕ ਸਾਹਿਬ ਜੀ ਨੇ ਵੀ ਦੱਸਿਆ। ਅਨੁਰਾਧਾ ਕੌਰ ਜੀ, ਸਾਡੇ ਪਿਆਰੇ ਦਰਸ਼ਕਾਂ ਨੂੰ ਤੁਸੀਂ ਇਸ ਦੇ ਬਾਰੇ ਵੱਧ ਤੋਂ ਵੱਧ ਕੀ ਦੱਸਣਾ ਚਾਹੋਗੇ? जी वीर जी, देखिए, जब श्री गुरु तेग बहादुर जी के बारे में मुझे पता चला तो एक अंदर से वैराग आया कि देखिए, आज हमारे बच्चे की छोटी सी उंगली कट जाती है ना तो हम इमरजेंसी वार्ड में भागते हैं कि हमारे बच्चे की उंगली कट गई है, डॉक्टर को कहते हैं कि कितना भी पैसा ले लो, हमारे बच्चे को बचा लो। लेकिन इतनी छोटी उम्र में श्री गुरु गोविंद सिंह जी ने अपने पिताजी को मानवता के लिए प्रेरित किया कि गुरु आप जाइए पिताश्री और शहादत दीजिए। आज गुरु साहिबान ने हमारे लिए शहादत दी है, उस तिलक जनेऊ के लिए शहादत दी है, उस बिंदी सिंदूर के लिए शहादत दी है, तो क्या हम अपना पेशा छोड़कर क्या उनका प्रचार प्रसार नहीं कर सकते? जब ये वैराग मेरे मन में आया तो मुझे लगा कि ये सब कुछ जो जीवन है, जो ये पैसा है, रुपया है, सब कुछ व्यर्थ है। क्यों ना गुरु साहब जी का प्रचार प्रसार किया जाए। अब जिस तरीके से प्रचार में आई, मेरी वकालत छूट गई, क्योंकि देखिए, जब मैं संत जी की बात करती हूँ, संत जरनैल सिंह जी की, तो मैं उनका जब जीवन परिचय लोगों तक पहुंचाती हूँ और उनको बताती हूँ कि ये जो सिख कौम है, ये दुनिया की सबसे ताकतवर कौम है। और जब मैंने ये संदर्भ टकसाल में दी कि आप सर्वे करा लीजिए, अगर कोई कह सकता है मौत से किसको डर लगता है, तो सिर्फ आज सिख हैं जो आज कह सकते हैं कि हमें मौत से डर नहीं लगता। जब मैंने ये अपना स्पीच दिया तो लोगों ने बहुत विरोध करना शुरू किया कि इन्होंने तो सिखों को सबसे ताकतवर कौम बता दिया। क्योंकि देखिए, जहां तक मुझे इतिहास पता है, 1 जनवरी से लेकर और 31 दिसंबर तक सिख इतिहास बहुत ही बड़ा इतिहास है, जो कि रोज रोंगटे खड़े करने वाला इतिहास है। इतनी शहादतें सिख समाज में हुई, 87% कुर्बानियां सिख समाज ने दी। और आज अगर देखा जाए तो जिस इंडिया गेट पर हम सेल्फी लेते हैं, वहां पर भी सिखों के ही नाम लिखे हुए हैं मोस्टली। तो आज सिखों की कुर्बानियों को इस देश को नहीं भूलना चाहिए। जब मैं आपको भी पता है, जब सच्चाई के लिए हम आगे बढ़ते हैं तो लोग जो है उसका विरोध करते हैं। तो मेरे बार एसोसिएशन में, मेरे बार काउंसिल में मेरा विरोध होना शुरू हो गया। उन्होंने मुझे बहुत धमकियां भी दी। मेरे पास इतनी धमकियों की क्लिप्स पड़ी हुई है कि बार काउंसिल से कि हम आपका रजिस्ट्रेशन कैंसिल कर देंगे, आप सिंह जी खालसा पिंडरावाले का सपोर्ट करते हो। और बड़ा मेरा विरोध मेरे परिवार, मेरे समाज में, मेरे करनाल में, मतलब सोशल मीडिया पर मेरे लिए बहुत गलत इतनी मुझे धमकियां दी गई। मेरे नंबर जो थे वो गलत ग्रुप्स में डाल दिए गए, मुझे गलत कंट्रियों से फोन आने लगे। लेकिन अगर मैं विश्वास करती थी तो श्री गुरु तेग बहादुर जी पर लोगों ने बातें भी दी। एक महिला होने के नाते जितना मैं इस प्रचार में सहा,
अगर मेरी जगह कोई अगर साधारण व्यक्ति होता, क्योंकि मेरे ऊपर गुरु की कृपा है, श्री गुरु तेग बहादुर जी की कृपा सदका ही मैं ये प्रचार करती हूँ। मेरा जी, मैं बाल एक भी सवाल बांका नहीं कर ਤੁਹਾਨੂੰ ਇੱਕ पाया ਸਵਾਲ आज ਹੋਰ तक ਕਰਨਾ कोई। ਚਾਹੁੰਦਾ। और ਅਨੁਰਾਧਾ ਕੌਰ ਜੀ, ਇੱਕ ਸਵਾਲ ਤੁਹਾਨੂੰ ਮੈਂ ਹੋਰ ਕਰਨਾ ਚਾਹੁੰਦਾ। ਤੁਹਾਨੂੰ ਯਾਦ ਹੋਣਾ ਕਿ 1 ਮਈ ਨੂੰ ਤੁਸੀਂ ਪਿਛਲੇ ਸਾਲ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੰਤਰ ਮੰਤਰ ਤੇ ਉੱਤੇ ਮੋਰਚਾ ਲਾਇਆ ਸੀਗਾ, ਉਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਕੀ ਕਾਰਨ ਹੋਏ ਉਹ ਤੁਸੀਂ ਜਿਹੜਾ ਸਾਡੇ ਦਰਸ਼ਕਾਂ ਨੂੰ ਖੁੱਲ ਕੇ ਉਹਦੇ ਬਾਰੇ ਜ਼ਰੂਰ ਦੱਸੋ ਜੀ। जी, वीर जी, जब मुझे पता चला, पिताश्री ने बताया कि हमारे जो सिंहबंदी हैं, वो रिहा नहीं हुए, उनकी सजाएँ पूरी हो चुकी हैं, राम रहीम जैसे बलात्कारी आज पैरोल पे बाहर घूम रहे हैं, तो हमने सोचा कि क्यों ना 1 मई को श्री गुरु तेग बहादुर जी का मानव अधिकार दिवस के रूप में घोषित कराया जाए। क्यों ना केंद्र सरकार तक ये बात पहुँचाई जाए कि जो बंदी सिंह हैं, उनको रिहा किया जाए, क्योंकि देखिए, उनको असंवैधानिक तरीके से जेलों में बंद रखा गया है। मुझे कानूनी तौर पर सारी ही एजुकेशन है, सारी मुझे पता है कि किस तरीके से जब एक कैदी अपनी सजा पूरी कर लेता है, वो किसी भी धर्म का हो, जाति का हो, तो उसको रिहा कर दिया जाता है। लेकिन असंवैधानिक तौर पर जब बंदी सिंहों की रिहाई नहीं हुई, तब मुझे जब पता चला तो मुझे बड़ा दुःख हुआ। और खास बात ये है कि देखिए, जब मुझे पता चला कि सिंह बंदी कौन है, जिन्होंने अपने माँ-बाप यानी कि दरबार साहिब की बेअदबी करने पर उन्होंने जो उन दोषियों को सजा दी, मैं बिल्कुल ये कहना चाहती हूँ कि आज अगर हमारे माँ-बाप को भी कोई कुछ, तो हम भी उस एक दुश्मन की नज़र से देखते हैं। तो उन सिंहबंदियों ने बिल्कुल सही किया कि उन्होंने अपने माँ-बाप, अपने गुरु ग्रंथ साहिब जी की बेअदबी का बदला लिया। तो आज अगर उनकी सजाएँ पूरी हो चुकी है, तो सरकार को उनको रिहा कर देना चाहिए। तो 1 मई को जंतर मंतर पर पेशन किया और भारत सरकार तक मेमोरेंडम भी दिया और उनको कहा कि आप बंदी सिंहों को रिहा कर दीजिए। जिस दिन 1 मई को हमने एजिटेशन किया सिंह बंदी रिहाई के लिए, तभी देश के अंदर से आवाज़ उठनी शुरू हो गई और शायद 4 तारीख को, 4 अप्रैल को दरबार साहिब अकाल तख्त साहिब पर एक मीटिंग बुलाई गई और 11 मेंबरी एक कमेटी बनाई गई और उसके बाद वो सिंहबंदी मोर्चा जो था और देश भर में आवाज़ उठने लगी कि अगर एक सनातन की बेटी होकर आज जंतर मंतर पर सिंह बंदियों की रिहाई के लिए आवाज़ उठा सकती है, तो सिख कौम क्यों नहीं? देखिए, सिंह बंदी रिहा करवाना कोई बड़ा मसला नहीं है, लेकिन ज़रूरत है एकता की, जो कि आप आज देख रहे हैं कि सिख अगुवाई जो कि आज सरकार के नीचे दब चुकी है, अपने स्वार्थवश होकर आज सिख अगुवाई छोटे-छोटे मंगाती है और उठा ले जाती है। लेकिन मैं ये बात कहना चाहती हूँ कि अगर सिंह बंदियों की रिहाई के लिए सभी एक हो जाएँ, सिंह बंदी मोर्चा जो है बहुत जल्दी फतेह हो जाएगा। लेकिन कमी कहाँ है कि सिख आगू अनुराधा कौर जी, मैं जो है वो एक ਹੋਰ अपने ਤੁਹਾਨੂੰ ਪੁੱਛਣਾ सरकार से ਚਾਹੁੰਦਾ। विवश हो जाते हैं। ਭੈਣ ਜੀ, ਮੈਂ ਇੱਕ ਹੋਰ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਹੁਣ ਜਿਹੜਾ ਮੋਰਚਾ ਇਸ ਵੇਲੇ ਚੱਲ ਰਿਹਾ ਵਾ ਚੰਡੀਗੜ੍ਹ ਦੇ ਵਿੱਚ, ਕੀ ਤੁਸੀਂ ਉਸ ਮੋਰਚੇ ਦੇ ਵਿੱਚ ਸ਼ਿਰਕਤ ਕੀਤੀ ਆ ਜਾਂ ਤੁਸੀਂ ਕਿਸ ਤਰ੍ਹਾਂ ਉਸ ਮੋਰਚੇ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਉਹ ਕਿਸ ਤਰ੍ਹਾਂ ਪਾਉਣਾ ਚਾਹੋਗੇ ਜਾਂ ਪਾ ਰਹੇ ਹੋ? जी वीर जी, जब से ये मोर्चा लगा है, बीच में मैं काफ़ी दिन पाकिस्तान भी रह के आई हूँ और मेरे प्रोग्राम चलते रहते हैं। अभी हम लोग सोच रहे थे कि करनाल से एक पैदल यात्रा जो है मार्च निकाला जाए और लोगों तक सनातन को जोड़ा जाए। क्योंकि देखिए, मैं सनातन को कहना चाहती हूँ कि अगर ये सिख अपने मतलब हमारे सनातन को बचाने के लिए शहादत दे सकते हैं, गुरु साहिबान अपने बच्चों को शहीद कर, तो क्या सनातन का फर्ज नहीं बनता कि आज अपने सिख भाइयों के साथ खड़े होकर उनको ये एहसास दिलवाएं कि जब हमें जरूरत थी तो आपने अपने सर कटवा दिए, आज हम आपके साथ हैं। तो मैं चाहती हूँ, मेरा यही मैसेज है पूरे सनातन को भी कि सिंह बंदी मोर्चा में ज्यादा से ज्यादा शिरकत करें, ताकि पूरे देश की केंद्र सरकार तक पता चले कि सिख और सनातन एक दूसरे के पहलू हैं। पहले भी जो अपना सनातन है वो खालसा के हाथ में था और आज भी जो सनातन है, अगर सनातन पर कोई दिक्कत आती है तो आज भी खालसा के हाथ में है। कोई भी बाहरी ताकत, विदेशी ताकत आज सनातन पर हावी नहीं हो सकती। ये बात समझने की ज़रूरत है और सनातन के लोगों को मैं सिर्फ आपके चैनल के माध्यम से, क्योंकि आपका चैनल विश्व भर में एक संदेश दे सकता है, मैं सिर्फ यही संदेश देना चाहूँगी कि आज सोचने वाली बात है कि सिख समाज सिर्फ 2% है, लेकिन ये 2% आज विश्व भर में फैले हुए हैं। आज कारोबार में देखिए, पैसे में देखिए, रुतबे में देखिए, हर जगह, यहाँ तक कि अभी देख रहे थे कि कनाडा के अंदर एक सिख महिला जज लगी है। बड़े-बड़े पोस्ट पर आज हमारे सिख भाई बैठे हुए हैं। अगर 2% अपने गुरु साहिबान के दिखाए हुए मार्ग पर चलकर विश्व में डंका बजा सकते हैं, तो अगर सनातन आज सिक्खी सिद्धांत पर चले, गुरु साहिबान के दिखाए हुए मार्ग पर चले, तो आज सनातन का स्वरूप ही बदल जाएगा।
तो सनातन से यही अपील कि सिक्खी सिद्धांत को समझे। गुरु नानक देव जी हमारे कलयुग के अवतार हैं, उनके दिखाए हुए मार्ग पर चले। ਜੀ ਮੈਂ ਅਖੀਰ ਦੇ ਵਿੱਚ ਜਾਣਾ ਚਾਹਾਂਗਾ ਗਿਆਨੀ ਤੇਜਪਾਲ ਸਿੰਘ ਜੀ, ਤੁਸੀਂ ਇਸ ਵੇਲੇ ਤੁਹਾਨੂੰ ਸਿੱਖ ਚੈਨਲ ਦੇ ਮਾਧਿਅਮ ਤੋਂ ਵੇਖਿਆ ਜਾ ਰਿਹਾ ਜੀ, ਕੀ ਸੁਨੇਹਾ ਇੱਕ ਤੁਸੀਂ ਕੌਮ ਨੂੰ ਔਰ ਇਸ ਚੈਨਲ ਦੇ ਬਾਰੇ ਵੀ ਤੁਸੀਂ ਕੀ ਇੱਕ ਅੱਧੇ ਮਿੰਟ ਦੇ ਵਿੱਚ ਹੀ, ਸਿਰਫ ਅੱਧਾ ਕੁ ਮਿੰਟ ਤੁਹਾਡੇ ਕੋਲ, ਕੀ ਕਹਿਣਾ ਚਾਹੋਗੇ? ਉਸ ਤੋਂ ਬਾਅਦ ਮੈਂ ਜਿਹੜੇ ਵਿਚਾਰ ਅਨੁਰਾਧਾ ਕੌਰ ਭੈਣ ਜੀ ਉਹਨਾਂ ਦੇ ਵਿਚਾਰ ਲੈਣੇ ਨੇ, ਥੋੜੇ ਜਿਹੇ ਟਾਈਮ ਵਿੱਚ ਕੀ ਕਹਿਣਾ ਚਾਹੋਗੇ ਜੀ? ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਭਾਈ ਚਰਨਜੀਤ ਸਿੰਘ ਜੀ। ਤੁਸੀਂ ਬਹੁਤ ਜ਼ਿਆਦਾ ਇੱਕ ਸ਼ਿੱਦਤ ਦੇ ਨਾਲ ਮਿਹਨਤ ਕਰਦੇ ਹੋ। ਤੁਸੀਂ ਸਿੱਖੀ ਸਿਧਾਂਤ ਨੂੰ, ਸਿੱਖੀ ਮਸਲਿਆਂ ਨੂੰ ਪੂਰੇ ਵਿਸ਼ਵ ਦੇ ਵਿੱਚ ਸਿੱਖ ਕੌਮ ਦੇ ਸਾਹਮਣੇ ਰੱਖਣ ਦੇ ਵਾਸਤੇ, ਤੇ ਆਪ ਜੀ ਦਾ ਇਹ ਉਦਮ ਜਿਹੜਾ ਸ਼ਲਾਘਾਯੋਗ ਹੈ। ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗਾ ਕਿ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਆਪ ਜੀ ਦੇ ਇਸ ਚੈਨਲ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਆਪ ਜੀ ਦੀ ਸਮੁੱਚੀ ਟੀਮ ਨੂੰ ਤਾਕਤ ਬਖਸ਼ਿਸ਼ ਕਰਨ ਕਿ ਉਹ ਸਿੱਖੀ ਦੇ ਵਿੱਚ ਇੱਕ ਰੈਵੋਲੂਸ਼ਨ ਪੈਦਾ ਕਰ ਸਕਣ, ਕ੍ਰਾਂਤੀ ਪੈਦਾ ਕਰ ਸਕਣ। ਕਿਉਂਕਿ ਮੀਡੀਆ ਦਾ ਬੜਾ ਵੱਡਾ ਰੋਲ ਹੁੰਦਾ ਹੈ ਕਿਸੇ ਵੀ ਸਮਾਜ ਦੀ ਉન્નਤੀ ਦੇ ਵਿੱਚ, ਪ੍ਰਚਾਰ ਪ੍ਰਸਾਰ ਦੇ ਵਿੱਚ, ਤੇ ਆਪ ਜੀ ਉਹ ਆਪਣਾ ਜਿਹੜਾ ਕਾਰਜ ਹੈ ਉਹ ਬਖੂਬੀ ਕਰ ਰਹੇ ਹੋ। ਸੋ ਬਹੁਤ ਉੱਤਮ ਕਾਰਜ ਹੈ ਤੇ ਅਸੀਂ ਇਹਦੀ ਸ਼ਲਾਘਾ ਕਰਦੇ ਹਾਂ। ਤੇ ਕੌਮ ਨੂੰ ਮੈਂ ਇਹੀ ਸੁਨੇਹਾ ਦਿਆਂਗਾ, ਕੌਮ ਦੇ ਜਿਹੜੇ ਬੁੱਧੀਜੀਵੀ ਨੇ, ਜਿਹੜੇ ਵਿਚਾਰਵਾਨ ਲੋਕ ਨੇ, ਵੀ ਹੁਣ ਸਾਨੂੰ ਸਵਾਰਥ ਵਸ ਹੋ ਕੇ ਪ੍ਰਚਾਰ ਕਰਨ ਦੀ ਨਹੀਂ ਲੋੜ। ਹੁਣ ਪ੍ਰੈਕਟੀਕਲ ਸਾਨੂੰ ਮੈਦਾਨ ਵਿੱਚ ਉਤਰਨਾ ਪਵੇਗਾ, ਕਿਉਂਕਿ ਹੁਣ ਜਿਹੜਾ ਸਮਾਂ ਹੈ ਉਹ ਬਹੁਤ ਹੀ ਜ਼ਿਆਦਾ ਸੈਂਸਿਟਿਵ ਹੁੰਦਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮਨੁੱਖਤਾ ਵਿਰੋਧੀ ਤਾਕਤਾਂ ਨੇ ਉਹ ਸਿਰ ਚੁੱਕਦੀਆਂ ਜਾ ਰਹੀਆਂ ਨੇ, ਤੇ ਇਹ ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਤੇ ਅਕਾਲ ਪੁਰਖ ਦੇ ਸਿਧਾਂਤ ਨੂੰ ਕਾਇਮ ਰੱਖਣਾ ਉਹ ਸਾਡਾ ਸਾਰੇ ਸਿੱਖ ਸਮਾਜ ਦਾ, ਖਾਲਸਾ ਪੰਥ ਦਾ, ਜਿੱਥੇ ਅਸੀਂ ਆਪਣੇ ਆਪ ਨੂੰ ਆਪਣੇ ਪ੍ਰਫੁੱਲਤ ਕਰਨਾ ਹੈ, ਉੱਥੇ ਉੱਚੇ ਵਰਲਡ ਦੇ ਵਿੱਚ, ਵਿਸ਼ਵ ਦੇ ਵਿੱਚ ਅਸੀਂ ਮਨੁੱਖਤਾ ਨੂੰ ਪ੍ਰਫੁੱਲਤ ਕਰਨਾ ਹੈ। ਸੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਅਸੀਂ ਸਮਝੀਏ ਤੇ ਆਪਣੇ ਸਰਮਾਏ ਨੂੰ ਅਸੀਂ ਸਹੀ ਜਗ੍ਹਾ ਦੀ ਉਹਦੀ ਵਰਤੋਂ ਕਰੀਏ, ਤੇ ਸਹੀ ਤਰੀਕੇ ਦੇ ਨਾਲ ਅਸੀਂ ਆਪਣੀ ਤਾਕਤ ਦੀ ਵਰਤੋਂ ਕਰੀਏ। ਇਕਜੁੱਟ ਹੋ ਕੇ, ਇੱਕ ਮੁੱਠ ਹੋ ਕੇ ਅਸੀਂ ਆਪਣੇ ਵਾਸਤੇ ਵੀ ਤੇ ਪੂਰੀ ਮਨੁੱਖਤਾ ਵਾਸਤੇ ਵੀ ਕੁਝ ਚੰਗਾ ਕਰ ਸਕਦੇ ਹਾਂ। ਗਿਆਨੀ ਤੇਜਪਾਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਮੈਂ ਜਾਣਨਾ ਚਾਹਾਂਗਾ ਅਖੀਰ ਦੇ ਵਿੱਚ ਸਾਡੇ ਸਤਿਕਾਰਯੋਗ ਬੀਬੀ ਅਨੁਰਾਧਾ ਕੌਰ ਜੀ, ਤੁਹਾਡੇ ਕੀ ਵਿਚਾਰ ਨੇ? ਤੁਸੀਂ ਕੀ ਇੱਕ ਮੈਸੇਜ ਜਿਹੜਾ ਉਹ ਦੇਣਾ ਚਾਹੋਗੇ थोड़े जे समय दे विच? जी वीर जी, पहली तो सबसे कोटान-कोट धन्यवाद आपका कि आपने हमारा जो संदेश है वो देश विदेश तक पहुंचाया, क्योंकि मीडिया को चौथा स्तंभ माना गया है और जो काम मीडिया कर सकता है वह बहुत कम टाइम में कोई भी नहीं कर सकता। तो बहुत-बहुत धन्यवाद गुरु साहिब जी, आप पर कृपा बनाए रखें। और एक संदेश जो कि आज पूरे विश्व को मैं देना चाहती हूँ कि सिक्खी सिद्धांत को समझिए, सिक्खी सिद्धांत को अपनाइए अगर इस विश्व में शांति लेकर आनी है। गुरु ग्रंथ जी एक ऐसा फलसफा है जिससे आपका पूरा जीवन सराबोर हो सकता है। तो श्री गुरु ग्रंथ साहिब जी की ये महिलाओं के लिए खासकर संदेश कि अपने बच्चों को सिक्खी सिद्धांत से जोड़िए, गुरु साहिबान के जीवन परिचय को उन बच्चों को समझे, कहानियां सुनाइए, अपने बच्चों को सिक्खी सिद्धांत से जोड़िए। नवयुवकों के लिए मैसेज कि अपना सिक्खी सिद्धांत को मत भूलिए, गुरु साहिबान के दिखाए हुए मार्ग पर चलिए। और अंत में आपकी बेटी, आपकी बहन अनुराधा भार्गव जो कि सिक्खी सिद्धांत को घर घर तक पहुंचाने के लिए प्रयास कर रही है, मुझे सहयोग भी दे और आशीर्वाद भी दे ताकि मैं इस में अपने कामयाब हो जाऊं, क्योंकि गुरु साहिब जी मुझ पर कृपा बनाए रखे हैं। और मेरा वीर जी एक ही सपना है कि जब मैं इस दुनिया से जाऊं तो श्री गुरु तेग बहादुर जी का नाम घर घर हो और श्री गुरु ग्रंथ साहिब जी का पाठ घर घर हो। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਤੇਜਪਾਲ ਸਿੰਘ ਜੀ, ਤੁਹਾਡਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਸਾਡੇ ਭੈਣ ਜੀ ਬੀਬੀ ਅਨੁਰਾਧਾ ਕੌਰ ਜੀ ਭਾਰਗਵ, ਤੁਹਾਡਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਸਿੱਖੀ ਦਾ ਪ੍ਰਚਾਰ ਕਿਵੇਂ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ 'ਚ ਸਿਧਾਂਤ ਕੀ ਹੈ, ਉਸ ਸਿਧਾਂਤ ਤੋਂ ਤੁਸੀਂ ਜਾਣੂ ਕਰਵਾਇਆ ਜੀ। ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੀ। ਤੇ ਅਸੀਂ ਨਾਲ ਹੀ ਇਹ ਵੀ ਗੱਲ ਕਹਿ ਰਹੇ ਹਾਂ ਕਿ ਤੁਸੀਂ ਫਿਰ ਵੀ ਸਾਡੇ ਚੈਨਲ ਤੇ ਮੀਡੀਆ ਦੇ ਰਾਹੀਂ ਤੁਸੀਂ ਆ ਕੇ ਵਿਚਰ ਸਕਦੇ ਹੋ। ਇਹ ਚੈਨਲ ਇੱਕ ਮੀਡੀਆ ਦੇ ਤੌਰ ਤੇ ਕੰਮ ਕਰ ਰਿਹਾ ਜੀ। ਇਹ ਜਿਹੜੀ ਬੱਚੀ ਅਸੀਂ ਤੁਹਾਡੇ ਨਾਲ ਅੱਜ ਗੱਲਬਾਤ ਕਰਵਾਈ ਆ, ਇਹ ਬੱਚੀ ਜਿਹੜੀ ਸਨਾਤਨ ਧਰਮ ਦੇ ਵਿੱਚੋਂ ਸਿੱਖੀ ਦੇ ਵਿੱਚ ਆਈ ਆ, ਕਿਉਂ ਆਈ ਆ, ਉਹਨੇ ਆਪਣਾ ਸਾਰਾ ਹੀ ਦੱਸਿਆ, ਕਿਵੇਂ ਉਹ ਪ੍ਰਭਾਵਿਤ ਹੋਈ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ। ਤੇ ਉਹ ਅੱਜ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਦੇਸ਼ ਵਿਦੇਸ਼ ਬੀਬੀ ਅਨੁਰਾਧਾ ਕੌਰ ਜੀ ਜਾ ਰਹੇ ਨੇ। ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਸੋ ਇਹਨਾਂ ਨੂੰ ਮੈਂ ਫਤਿਹ ਅਖੀਰ ਦੇ ਵਿੱਚ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ,
ਵੇਖਦੇ ਰਹੋ ਤੁਸੀਂ ਸਿੱਖ ਚੈਨਲ। ਇੱਕ ਮੈਂ ਖਿਮਾ ਤੁਹਾਡੇ ਤੋਂ ਜ਼ਰੂਰ ਮੰਗਾਂਗਾ ਕਿ ਸ਼ੁਰੂ ਦੇ ਵਿੱਚ ਅਸੀਂ ਇੰਟਰਨੈਟ ਦੀ ਕਮੀ ਦੇ ਕਾਰਨ ਕਰਕੇ ਖਬਰਾਂ ਦੀ ਸਾਂਝ ਅੱਜ ਨਹੀਂ ਪਾ ਸਕੇ ਤੁਹਾਡੇ ਨਾਲ ਪੂਰੀ ਤਰ੍ਹਾਂ। ਤੇ ਦੂਸਰੀ ਮੈਂ ਤੁਹਾਡੇ ਤੋਂ ਇੱਕ ਖਿਮਾ ਇਹ ਮੰਗਾਂਗਾ ਕਿ ਸਾਡੇ ਭੈਣ ਜੀ ਬੀਬੀ ਅਨੁਰਾਧਾ ਕੌਰ ਜੀ, ਕਿਉਂਕਿ ਉਹ ਦੂਸਰੇ ਸਟੇਟ ਦੇ ਵਿੱਚ ਜੰਮੇ ਪਲੇ ਨੇ ਉੱਥੇ ਹੀ, ਔਰ ਦੂਸਰੇ ਧਰਮ ਦੇ ਵਿੱਚੋਂ ਆ ਕੇ ਉਹਨਾਂ ਨੇ ਸਿੱਖੀ ਜਿਹੜੀ ਗ੍ਰਹਿਣ ਕੀਤੀ ਹੈ, ਉਹਨਾਂ ਦੀ ਬੋਲੀ ਜਿਹੜੀ ਹੈ ਉਹ ਹਿੰਦੀ ਦੇ ਵਿੱਚ ਅਜੇ ਗੱਲਬਾਤ ਕਰ ਰਹੇ ਨੇ, ਲੇਕਿਨ ਪੰਜਾਬੀ ਦੇ ਵਿੱਚ ਵੀ ਉਹ ਕਰਦੇ ਨੇ ਗੱਲਬਾਤ, ਉਹ ਬਹੁਤ ਕੋਸ਼ਿਸ਼ ਕਰ ਰਹੇ ਨੇ। ਸੋ ਇਹ ਵੀ ਇੱਕ ਸਾਨੂੰ ਜ਼ਰੂਰ ਖਿਮਾ ਕਰਿਓ ਜੀ। ਬਾਕੀ ਇਸ ਪ੍ਰੋਗਰਾਮ ਦੇ ਵਿੱਚ ਸਭ ਦੇ ਆਪੋ ਆਪਣੇ ਵਿਚਾਰ ਨੇ ਜੀ। ਸਿੱਖ ਚੈਨਲ ਇੱਕ ਮੀਡੀਆ ਦੇ ਤੌਰ ਤੇ ਵਿਚਰਿਆ, ਅਸੀਂ ਇੱਕ ਮੀਡੀਆ ਦੇ ਤੌਰ ਤੇ ਵਿਚਰ ਰਹੇ ਹਾਂ ਜੀ। ਔਰ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਦੇ ਨੇ ਤੁਸੀਂ ਸਿੱਖ ਚੈਨਲ ਨੂੰ ਫੀਡਬੈਕ ਜ਼ਰੂਰ ਦਿਆ ਕਰੋ, ਔਰ ਡਾਇਰੈਕਟ ਡੈਬਿਟ ਜਿਹੜੇ ਆ ਉਹ ਤੁਸੀਂ ਜ਼ਰੂਰ ਭਰੋ ਜੀ। ਆਪਾਂ ਸਿੱਖ ਚੈਨਲ ਦੀ ਇਮਦਾਦ ਕਰਦੇ ਰਹੀਏ, ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਸਿੱਖ ਚੈਨਲ ਸਾਡੇ ਵਾਸਤੇ ਲੈ ਕੇ ਆਉਂਦਾ ਰਹੇ। ਬੁਲਾਈਏ ਜੀ ਫਤਿਹ, ਲਈਏ ਤੁਹਾਡੇ ਤੋਂ ਇਜਾਜ਼ਤ। ਮੇਰੇ ਨਾਲ ਨੇ ਸਾਡੇ ਕੈਮਰਾਮੈਨ ਸਰਦਾਰ ਤਲਵਿੰਦਰ ਸਿੰਘ ਜੀ ਲਾਲੀ, ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਮੈਂ ਹਾਂ ਸਰਦਾਰ ਚਰਨਜੀਤ ਸਿੰਘ ਜੀ, ਦਿਓ ਇਜਾਜ਼ਤ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।